अस्सलाम वालेकुम ख़ातिन हज़रात, मैं हूँ इसरार अहमद कसाना। ख़ातिन हज़रात, आपको पता है कि पिछले कई दिनों से एक मामला इंडिया में चल रहा है और वो है फार्मर्स के हवाले से। वहाँ पे फार्मर्स के, आपको पता है कि 2-3 बिल्स आए थे, उसके ऊपर फिर रिएक्शन शुरू हुआ और प्रोटेस्ट शुरू हो गए और बहुत सी जगहों पे शुरू हो गए। हरियाणा से शुरू हो गया, पंजाब से शुरू हो गया, यूपी वगैरह भी। अब ये बहुत बड़ी एक जो डेवलपमेंट हो रही है वो ये है कि सब लोग जो है वो दिल्ली चलो एक मार्च जो है वो लेके आगे बढ़ रहे हैं और दिल्ली की तरफ बढ़ रहे हैं। ये क्यों हो रहा है इसरा, और उसमें बहुत ज्यादा एक टेंशन भी आ चुकी भी है। इसका जरा तजिया करेंगे, लेकिन ये आज का जो हमारा प्रोग्राम है ये पंजाबी में होगा, क्योंकि आज हमारे साथ जो हमारे मेहमान होंगे वो पंजाबी हमारे दोस्त हैं और उनसे हम बात करेंगे, उनसे पूछेंगे कि डायरेक्टली कि उनके पास क्या फीडबैक आ रहा है इस पूरी सिचुएशन का, और वहां पे मामला किस तरह चल रहे हैं और उनको कैसे टैकल किया जा रहा है, और गवर्नमेंट्स का क्या फेलियर है, प्रोविंशियल गवर्नमेंट्स का भी, स्टेट गवर्नमेंट्स का भी और सेंट्रल गवर्नमेंट्स का भी। तो सबसे पहले मैं आपका तारुफ करवाता हूँ, हमारे दोस्त जनाब कृपाल सिंह साहब जो हैं, ये हमारे साथ मौजूद हैं। अमेरिकन सिख काउंसिल के रहनुमा हैं और ये सीनियर बोर्ड मेंबर भी हैं और बहुत ही इनका एक कंट्रीब्यूशन है इस हवाले से। उनके साथ बात करेंगे और उनके साथ फिर हमारे साथ एक दोस्त अमेरिकन सिख काउंसिल के ही तशरीफ रखते हैं, कवनीत सिंह साहब, जो कि एडवोकेसी ऑफिसर हैं, रिसोर्स एंड एडवोकेसी ऑफिसर। उनसे भी जरा पूछेंगे कि इस मामले में उनकी क्या ओपिनियन है। और फिर हमारी एक बहन हमारे साथ मौजूद हैं, मोहतरमा जनाब जसबीर कौर साहिबा, ये भी अमेरिकन सिख काउंसिल के साथ अटैच हैं। इन सब से बात करेंगे। सबसे पहले मेरा ख्याल है कि मैं बात करता हूँ कृपाल सिंह साहब के साथ कि वो हमें जरा बताएं। कृपाल जी, जरा तुझे सानू दसो कि की होया की है, फार्मर्स का मसला की है। ਮਸਲਾ ਕੀ ਹੈ? ਫਾਰਮਰ ਦਾ ਮਸਲਾ ਜੀ ਬਹੁਤ ਈਜ਼ੀ ਆ ਅੰਡਰਸਟੈਂਡ ਕਰਨ ਲਈ। ਆਪਾਂ ਚੋਂ ਜਿਹੜੇ ਬੰਦਿਆਂ ਨੂੰ ਵੀ ਪਤਾ ਕਿ ਜਦੋਂ ਵੀ ਫਾਰਮਸ ਦੇ ਵਿੱਚ ਆਪਾਂ ਪ੍ਰੋਡਿਊਸ ਕੋਈ ਕਰਦੇ ਆ ਤੇ ਉਹਨੂੰ ਜਿਸ ਵੇਲੇ ਮਾਰਕੀਟ 'ਚ ਜਾ ਕੇ ਵੇਚਦੇ ਆ ਤੇ ਉਹ ਕਿਸ ਤਰ੍ਹਾਂ ਹੁੰਦਾ ਹੈ। ਜਿਹਨਾਂ ਨੂੰ ਨਹੀਂ ਪਤਾ, ਪੰਜਾਬ ਦੇ ਵਿੱਚ ਜਿਹੜਾ ਇਸ ਲਈ ਐਗਜ਼ਿਸਟਿੰਗ ਸਿਸਟਮ ਹੈਗਾ ਨਾ ਜੀ, ਉਹ ਹੈਗਾ ਮੰਡੀ ਸਿਸਟਮ। ਮੰਡੀ ਸਿਸਟਮ ਦੇ ਵਿੱਚ ਹੁੰਦਾ ਆ ਕਿ ਫਿਰ ਆਪਣੀ ਪ੍ਰੋਡਿਊਸ ਜਿਹੜੀ ਆ ਉਹ ਮੰਡੀ ਦੇ ਵਿੱਚ ਲਿਜਾਂਦੇ। ਅੱਛਾ, ਜਿਹੜੇ ਉੱਥੇ ਮੰਡੀ ਦੇ ਵਿੱਚ ਆਪਰੇਟਰ ਜਿਹੜੇ ਉਹਨਾਂ ਨੂੰ ਆੜ੍ਹਤੀਏ ਕਹਿੰਦੇ ਆ, ਤੇ ਉਹਦੇ ਵਿੱਚ ਦੋ ਫੈਕਟਰਸ ਆਉਂਦੇ ਆ ਪਲੇ ਦੇ ਵਿੱਚ ਪੰਜਾਬ ਦੇ ਵਿੱਚ। ਇੱਕ ਹੈਗੀ ਆ ਮਿਨੀਮਮ ਸਪੋਰਟ ਪ੍ਰਾਈਸ, ਜਿਹੜੀ ਕਿ ਹੈਗੀ ਕਿ ਗਵਰਨਮੈਂਟ ਵੱਲੋਂ, ਲੈਟਸ ਸੇ ਅਸੀਂ ਉੱਥੇ ਧਾਨ ਲੈ ਕੇ ਗਿਆ ਮੈਂ, ਤੇ ਗਵਰਨਮੈਂਟ ਵੱਲੋਂ ਜਿਹੜੀ MSP, ਮੈਂ ਉਹਨੂੰ MSP ਯੂਜ਼ ਕਰੂੰਗਾ ਅਖਰ, ਮਿਨੀਮਮ ਸਪੋਰਟ ਪ੍ਰਾਈਸ ਨੂੰ, ਤੇ ਉਹ MSP ਦੇ ਉੱਤੇ ਹੈਗਾ ਕਿ ਉਹ ਤੋਂ ਥੱਲੇ ਮੇਰੇ ਤੋਂ ਕੋਈ ਨਹੀਂ ਖਰੀਦ ਸਕਦਾ। ਤੇ ਜੇ ਮੈਨੂੰ ਉਹਦੀ ਪ੍ਰਾਈਸ MSP ਤੋਂ ਬੈਟਰ ਮਿਲਦੀ ਆ ਤੇ ਫਿਰ ਮੈਂ ਉਹਦੇ ਤੇ ਕਿਸੇ ਹੋਰ ਨੂੰ ਵੇਚ ਸਕਦਾ। ਉਹ ਮੇਰੇ ਕੋਲ ਹੈਗੀ ਆ ਮਤਲਬ ਪਾਵਰ। ਤੇ ਜੇ ਮੈਨੂੰ ਆੜ੍ਹਤੀਏ ਕੀ ਜਾਂ ਕੋਈ ਵੀ ਮੈਨੂੰ MSP ਤੋਂ ਥੱਲੇ ਪ੍ਰਾਈਸ ਆਫਰ ਕਰਦਾ ਹੈ ਤੇ ਮੈਂ ਕਹੂੰਗਾ ਜੀ ਆਹ ਲਓ ਫੜੋ MSP ਦੇ, ਮੈਨੂੰ ਇੰਨੇ ਪੈਸੇ ਦੇ ਦਿਓ ਤੇ ਮੇਰੀ ਪ੍ਰੋਡਕਟ ਲੈ ਲਓ। ਸੋ ਇਹ ਹੁੰਦੀ ਆ ਸਿਚੁਏਸ਼ਨ ਜਿਸ ਵੇਲੇ MSP ਜਿਹੜੀ ਇਨ ਆਪਰੇਸ਼ਨ ਹੈਗੀ ਆ, ਇਹਨੂੰ ਸਟੇਟ ਗਵਰਨਮੈਂਟ ਜਿਹੜੀ ਆ ਉਹ ਸਪੋਰਟ ਕਰਦੀ ਹੈ ਇਸ ਆਈਡੀਆ ਨੂੰ। ਔਰ ਆਈਡੀਆ ਇਹ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਪ੍ਰੋਡਕਟ ਆਪਣੇ ਏਰੀਆ ਦੇ ਵਿੱਚ ਚਾਹੁੰਦੇ ਹੋ, ਤੇ ਜੇ ਲੋਕਾਂ ਨੂੰ, ਫਾਰਮਰਸ ਨੂੰ ਘਾਟਾ ਹੀ ਪੈਂਦਾ ਰਹੇ ਤਾਂ ਉਹ ਨੈਚੁਰਲੀ ਉਹ ਚੀਜ਼ ਪ੍ਰੋਡਿਊਸ ਨਹੀਂ ਕਰਨੀ। ਤੇ ਜਿਹੜੀ ਐਸੈਂਸ਼ੀਅਲ ਪ੍ਰੋਡਕਟਸ ਹੈਗੀਆਂ ਉਹਨਾਂ ਨੂੰ ਉਗਾਉਣ ਲਈ ਜਾਂ ਫਾਰਮਰਸ ਨੂੰ ਇਨਕਰੇਜ ਕਰਨ ਲਈ ਇਹ MSP ਦਾ ਆਈਡੀਆ ਹੈ। ਅੱਛਾ, ਹੁਣ ਜਿਹੜਾ ਹੈਗਾ ਆ ਇਹ ਜਿਹੜੀ, ਜੇ ਆਪਾਂ ਇਹਨੂੰ ਸਾਰੀ ਸਿਚੁਏਸ਼ਨ ਨੂੰ ਦੇਖਣਾ ਹੋਵੇ ਕਿ ਫਿਰ ਪ੍ਰੋਬਲਮ ਕੀ ਆਉਂਦੀ ਹੈ। ਪ੍ਰੋਬਲਮ ਆਉਂਦੀ ਆ ਕਿ ਜੇ ਫਾਰ ਐਗਜ਼ਾਮਪਲ MSP ਨਾ ਹੋਵੇ, ਪਹਿਲੇ ਤਾਂ ਹੈਗਾ MSP ਜੇ ਹੈਗੀ ਆ ਤੇ ਮੇਰੇ ਕੋਲ ਚੋਇਸ ਹੈਗੀ ਆ, ਜਾਂ ਮੈਂ MSP ਤੇ ਉਹ ਆੜ੍ਹਤੀਆਂ ਨੂੰ ਦੇ ਦਿਆਂ ਤੇ ਜਾਂ ਕਿਸੇ ਹੋਰ ਨੂੰ ਦੇ ਜਿਹੜਾ ਮੈਨੂੰ ਜ਼ਿਆਦਾ ਪ੍ਰਾਈਸ ਦੇ ਰਿਹਾ। ਅੱਛਾ, ਦੂਸਰੀ ਗੱਲ ਹੈਗੀ ਆ ਕਿ ਹੁਣ ਜੇ ਸਿਚੁਏਸ਼ਨ ਇੱਦਾਂ ਦੀ ਆ ਜਾਂਦੀ ਕਿ ਮੇਰੇ ਕੋਲ ਉਹ ਪ੍ਰੋਡਕਟ ਸਟੋਰ ਕਰਨ ਲਈ ਤਾਂ ਕੋਈ ਥਾਂ ਹੈ ਨਹੀਂ। ਆਪਾਂ ਜਿੰਨੇ ਵੀ ਫੈਮੀਲੀਅਰ ਹੈਗੇ ਪਿੰਡਾਂ ਦੇ ਨਾਲ, ਸਾਨੂੰ ਪਤਾ ਹੈ ਕਿ ਜਦੋਂ ਵੀ ਇੱਦਾਂ ਦੀ ਪ੍ਰੋਡਿਊਸ ਆਉਂਦੀ ਹੈ, ਸਾਡੇ ਫਾਰਮਰਸ ਦੇ ਕੋਲ ਜਨਰਲੀ 2-4-10 ਬੋਰੀਆਂ ਤਾਂ ਰੱਖ ਸਕਦੇ ਹਾਂ, ਪਰ ਜੇ ਜ਼ਿਆਦਾ ਪ੍ਰੋਡਿਊਸ ਹੈਗੀ ਆ ਤਾਂ ਉਹਨੂੰ ਸਾਂਭਣ ਲਈ ਸਾਡੇ ਕੋਲ ਥਾਂ ਨਹੀਂ ਹੁੰਦਾ, ਤਾਂ ਸਾਨੂੰ ਉਹ ਮਾਰਕੀਟ 'ਚ ਲਿਜਾਣੀ ਹੀ ਪੈਂਦੀ। ਤੇ ਜੇ ਫਰਜ਼ ਤਾਂ MSP ਨਾ ਹੋਵੇ ਤੇ ਸਾਨੂੰ ਬਹੁਤ ਉਹ ਘਾਟੇ ਤੇ ਹੋ ਸਕਦਾ, ਕੋਈ ਕਹੇ ਜੀ ਤੁਸੀਂ 1000 ਰੁਪਏ ਲੈ ਲਓ ਤਾਂ ਉਹਦੇ ਤੇ ਮੈਨੂੰ ਵੇਚਣੀ ਪੈ ਜਾਵੇ। ਸੋ ਉਹ ਜਿਹੜੀ ਸਿਚੁਏਸ਼ਨ ਆ ਨਾ, ਅੱਛਾ ਇਹ ਜਿਹੜੀ ਹੈਗੀ ਆ
ਬੇਸਿਕਲੀ ਹੈਗੀ ਕਿ ਫਾਰਮਰ ਦੇ ਕੋਲ ਜਦੋਂ ਉਹਦੀ ਪ੍ਰੋਡਿਊਸ ਕਰ ਲਈ ਆ, ਉਹ ਕਰਨ ਤੋਂ ਬਾਅਦ ਕੀ ਉਹਦੇ ਕੋਲ ਉਹਨੂੰ ਹੋਲਡ ਕਰਨ ਦੀ ਕਪੈਸਿਟੀ ਹੈਗੀ ਆ ਜਾਂ ਨਹੀਂ। ਜੇ ਤਾਂ ਉਹਦੇ ਕੋਲ ਕਪੈਸਿਟੀ ਹੈਗੀ ਆ ਫਿਰ ਤਾਂ ਉਹਦੇ ਕੋਲ ਬਾਰਗੇਨਿੰਗ ਪਾਵਰ ਹੈ, ਪਰ ਜੇ ਉਹਦੇ ਕੋਲ ਕਪੈਸਿਟੀ ਨਹੀਂ ਹੈਗੀ ਤਾਂ ਫਿਰ ਉਹਦੇ ਕੋਲ ਬਾਰਗੇਨਿੰਗ ਪਾਵਰ ਕੋਈ ਨਹੀਂ। ਤੇ ਉਹ ਫਿਰ ਜਿਹੜਾ ਹੈਗਾ ਆੜਤੀਆ ਜਿਹੜਾ ਆ ਉਹ ਸਿਰਫ ਉਹਦੀ ਕੰਡੀਸ਼ਨ ਹੈ ਕੋਈ MSP ਤੋਂ ਭਾਵੇਂ 2 ਰੁਪਏ ਵਾਧੂ ਦਿੰਦਾ ਹੋਵੇ ਤਾਂ ਉਹ ਕਹਿੰਦਾ ਵੀ ਆ ਭਾਈ ਲੈ ਤੂੰ ਚੱਕ, ਹੋ ਸਕਦਾ MSP ਤੇ ਇਹੋ ਲੈ ਲਵੇ। ਤਾਂ ਫਿਰ ਦੂਸਰੀ ਸਿਚੁਏਸ਼ਨ ਹੈਗੀ ਹੈ ਕਿ ਹੁਣ ਜਿਹੜਾ ਇਸ ਵੇਲੇ ਗਵਰਨਮੈਂਟ ਜਿਹੜੀ ਆ ਉਹ ਇਦਾਂ ਦੀ ਸਿਚੁਏਸ਼ਨ ਚੋਂ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੁੰਦੀ ਹੈ। ਉਹ ਕਹਿੰਦੇ ਆ ਕਿ ਉਹ ਫਾਰਮਰ ਨੂੰ ਤਾਂ ਦੇ ਰਿਹਾ ਹੈਗਾ ਅਲਿਓਰਮੈਂਟ ਵੀ ਭਾਈ ਜੇ ਅਸੀਂ ਸਾਰਾ ਓਪਨ ਕਰ ਦਿੰਦੇ ਨਾ ਤੇ ਤੁਹਾਡੇ ਕੋਲ ਬੜੇ ਬੜੇ ਕਾਰਪੋਰੇਸ਼ਨ ਆਉਣਗੇ ਚੀਜ਼ਾਂ ਖਰੀਦਣ, ਤੇ ਉਹਨਾਂ ਨੂੰ ਚਾਹੀਦਾ ਹੁੰਦਾ ਆ, ਤੇ ਉਹਨਾਂ ਕੋਲ ਸਟੋਰੇਜ ਵੀ ਹੈਗੀ ਆ, ਉਹਨਾਂ ਕੋਲ ਪ੍ਰੋਸੈਸਿੰਗ ਵੀ ਹੈਗੀ ਆ, ਤੇ ਇਸ ਕਰਕੇ ਉਹ ਤੁਹਾਨੂੰ MSP ਤੋਂ ਮੱਚ ਬੈਟਰ ਪ੍ਰਾਈਸ ਦੇ ਦੇਣਗੇ। ਤੇ ਇਹ ਅਲਿਓਰਮੈਂਟ ਇਸ ਵੇਲੇ ਦਿੱਤੀ ਜਾ ਰਹੀ ਹੈ ਫਾਰਮਰ ਨੂੰ। ਪਰ ਕੀ ਗੱਲ ਹੋਈ ਆ ਕਿ ਇਹ ਜਿਹੜੇ ਤਿੰਨ ਬਿੱਲ ਹੈਗੇ ਆ, ਇਹਨਾਂ ਤਿੰਨਾਂ ਬਿੱਲਾਂ ਦੇ ਵਿੱਚ ਇਹੋ ਹੀ ਗੱਲ ਆ। ਮਤਲਬ ਆਪਾਂ ਜੇ ਪ੍ਰਾਈਸ ਨੂੰ ਅਸੀਂ ਅੰਡਰਸਟੈਂਡ ਕਰ ਲਵਾਂਗੇ ਨਾ ਫਿਰ ਸਾਰੀ ਗੱਲ ਕਲੀਅਰ ਹੋ ਜਾਂਦੀ। ਠੀਕ। ਅੱਛਾ ਜੀ, ਤੇ ਇਹ ਜਿਹੜੀ ਸਿਚੁਏਸ਼ਨ ਆ ਨਾ, ਹੁਣ ਫਾਰਮਰਸ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਨੇ ਦੇਖ ਲਿਆ ਕਿ ਹੁਣ ਗਵਰਨਮੈਂਟ ਜਿਹੜੀ ਉਹ ਆਫਰ ਕਰ ਰਹੀ ਆ ਕਿ ਅਸੀਂ ਜਿਹੜੀ ਆ MSP ਉਡਾ ਦੇਣੀ, ਤੇ ਫਾਰਮਰਸ ਨੇ ਦੇਖ ਲਿਆ ਵੀ ਸਾਡਾ ਤਾਂ ਜਿਹੜਾ ਕੰਮ ਬਹੁਤ ਖਰਾਬ ਹੋ, ਕਿਉਂਕਿ ਗੱਲ ਇਹ ਹੈਗੀ ਆ ਕਿ ਆਲਰੇਡੀ ਇਹ ਜਿਹੜੀ ਚੀਜ਼ ਦੂਸਰੀ ਸਟੇਟਸ ਦੇ ਵਿੱਚ ਅਪਲਾਈ ਹੋਈ ਹੋ ਸੀ, ਜਿੱਦਾਂ ਬਿਹਾਰ ਜਾਂ ਯੂਪੀ ਦੇ ਵਿੱਚ ਪਹਿਲਾਂ। ਮੈਂ ਸਿਰਫ ਧਾਨ ਦੀ ਗੱਲ ਦੱਸ ਰਿਹਾ ਕਿ ਧਾਨ ਕੱਲ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਜੀ ਜਿੱਥੇ ਉਹਨਾਂ ਨੂੰ 4500 ਰੁਪਏ ਪਰ ਕੁਇੰਟਲ ਧਾਨ ਦਾ ਮਿਲਦਾ ਸੀ, ਹੁਣ ਉੱਥੇ ਫਾਰਮਰਸ ਬੈਠੇ ਸੀ ਜਿਹੜੇ ਕਹਿੰਦੇ ਅਸੀਂ 1000 ਰੁਪਈਆ ਪਰ ਕੁਇੰਟਲ ਤੇ ਅਸੀਂ ਉਹ ਧਾਨ ਕੱਢਿਆ। ਸੋ ਉਹ ਜਿਹੜਾ ਲਾਸ ਹੈ ਨਾ, ਉਹਦੇ ਨਾਲ ਨੈਚੁਰਲੀ ਜਿਹੜਾ ਛੋਟਾ ਫਾਰਮਰ ਆ ਉਹ ਵਿਲ ਡਾਈ ਵੈਰੀ ਕੁਇਕਲੀ। ਅੱਛਾ, ਹੁਣ ਦੂਸਰੀ ਗੱਲ ਆ ਜਾਂਦੀ ਹੈ ਕਿ ਇੱਕ ਜਿਹੜਾ ਫਾਰਮਰ ਥੋੜਾ ਜਿਹਾ ਸਟਰੋਂਗ ਆ, ਉਹ ਥੋੜਾ ਬਹੁਤ ਇਦਾਂ ਦੇ ਚੱਲ ਵੀ ਸਕਦਾ ਹੈ, ਪਰ ਉਹਦੇ ਜਿਹੜਾ ਨੈਕਸਟ ਈਅਰ ਹੈ, ਅੱਛਾ ਉਹਨੂੰ ਹੁਣ ਅਲਿਓਰਮੈਂਟ ਲਈ ਕੀ ਹੋਗਾ ਕਿ ਇਸ ਵੇਲੇ ਫਿਰ ਚਾਹੁੰਦੇ ਆ ਕਿ ਫਾਰਮਰ ਦੇ ਚਾਹੁੰਦੇ ਆ ਕਿ ਅਸੀਂ ਇਹ ਜਿਹੜਾ ਨਾ ਮੰਡੀ ਸਿਸਟਮ ਖਤਮ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜੇ ਪਹਿਲੀ ਗੱਲ ਤਾਂ ਹੈਗਾ ਕਿ ਜਿਹੜੇ ਬੰਦੇ ਦੇ ਕੋਲ 2 ਗੱਡੇ ਹੈਗੇ ਸਿਰਫ ਧਾਨ ਦੇ, ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਮੈਂ ਬੰਬੇ ਦੇ ਨਾਲ ਮੈਂ ਕਿਹਦੇ ਨਾਲ ਕੰਟੈਕਟ ਕਰਨਾ, ਕਲਕੱਤੇ ਨਾਲ ਕਿਹਦੇ ਨਾਲ ਕਰਨਾ, ਉਹਦੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ। ਸੋ ਜਿਹੜਾ ਆੜਤੀਆ ਹੈ ਨਾ ਉਹ ਉਹਨੂੰ ਬੜੀ ਵੈਲਿਊਏਬਲ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਔਰ ਹੈਲਪ ਪ੍ਰੋਵਾਈਡ ਕਰਦਾ। ਉਹਦੇ ਠੀਕ ਆ, ਉਹਨੂੰ ਆਪਣੀ ਆੜਤ ਲੈਣੀ ਆ, ਉਹ ਬਿਲਕੁਲ ਸਾਰੇ ਕਿਸਾਨਾਂ ਨੂੰ ਪਤਾ। ਤੇ ਦੂਸਰਾ ਜਿਹੜਾ ਹੈਗਾ ਕਨੈਕਸ਼ਨ ਆੜਤੀਏ ਦੇ ਨਾਲ ਕਿਸਾਨਾਂ ਦਾ, ਉਹ ਹੈਗਾ ਕਿ ਜੇ ਜ਼ਿਆਦਾ ਪੈਸੇ ਇਕੱਠੇ ਹੋ ਗਏ ਤਾਂ ਫਿਰ ਕਿਸਾਨ ਕਈ ਵਾਰੀ ਸਾਰੇ ਪੈਸੇ ਨਹੀਂ ਉਹਨਾਂ ਤੋਂ ਲੈਂਦੇ, ਤੇ ਕੱਲ ਨੂੰ ਜੇ ਉਧਾਰ ਲੈਣਾ ਪੈ ਜਾਵੇ ਕਿਸੇ ਦੇ ਵਿਆਹ ਦੇ ਉੱਤੇ ਤੇ ਉਹ ਵੀ ਉਹ ਦੇਣ ਨੂੰ ਤਿਆਰ ਆ। ਉਹ ਫਿਰ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਨਾ, ਉਹਨੂੰ ਕਿਸੇ ਸੀਰੀਅਸ ਬੈਂਕਿੰਗ ਦੇ ਥਰੂ ਨਹੀਂ ਜਾਣਾ ਪੈਂਦਾ। ਉਹਨਾਂ ਤੋਂ ਪੈਸੇ ਫੜੇ, ਉਹਨਾਂ ਨੇ ਕਾਗਜ਼ ਤੇ ਲਿਖ ਲਿਆ, ਤੇ ਜਦੋਂ ਗਾਹਾਂ ਲਈ ਫਸਲ ਆਈ ਉਹਨਾਂ ਨੂੰ ਦੇ ਦਿੱਤੇ। ਸੋ ਉਹਨਾਂ ਦਾ ਜਿਹੜਾ ਆਪਣਾ ਲੈਣ ਦੇਣ ਹੈ ਨਾ ਜੋ ਉਹ ਚੱਲਦਾ ਰਹਿੰਦਾ, ਤੇ ਇਹ ਫਾਰਮਰਸ ਲਈ ਬੜਾ ਕਨਵੀਨੀਅੰਟ ਹੈ। 2 ਚੀਜ਼ਾਂ ਇਹਦੇ ਲਈ ਫਾਰਮਰ ਨੂੰ ਇਹਦਾ ਐਡਵਾਂਟੇਜ ਹੋ ਜਾਂਦਾ ਹੈ। ਇੱਕ ਤਾਂ ਉਹਨੂੰ ਇਹ ਨਹੀਂ ਟੋਲਣਾ ਪੈਂਦਾ ਕਿ ਮੈਂ ਆਪਣੀ ਪ੍ਰੋਡਕਟ ਕਿਹਨੂੰ ਵੇਚਾਂ, ਅੱਛਾ, ਤੇ ਦੂਸਰਾ ਹੋ ਗਿਆ ਕਿ ਉਹਨੂੰ ਲਿਜਾ ਕੇ ਉਹਨੂੰ ਦਿੱਤੀ ਆ, ਉਹਨੂੰ ਰੱਖ ਲਈ ਆ, ਉਹ ਚੋਂ ਜਿਹੜਾ ਪ੍ਰੋਫਿਟ ਬਣਾ ਲਿਆ ਤੇ ਫਾਰਮਰ ਨੂੰ ਉਹਨੂੰ ਪੈਸੇ ਦੇ ਦਿੱਤੇ। ਸੋ ਇਹ ਹੈਗੀ ਹੈ ਜਿਹੜਾ ਐਗਜ਼ਿਸਟਿੰਗ ਸਿਸਟਮ ਹੈ। ਹੁਣ ਜਿਹੜਾ ਹੁਣ ਸਾਨੂੰ ਇਹ ਜਿਹੜਾ ਕੰਮ ਦੀ ਕਰ ਹੈ ਕਿ ਜਿਹੜਾ MSP ਜੇ ਉਹ ਕਹਿੰਦੇ ਵੀ ਅਸੀਂ ਐਲੀਮੀਨੇਟ ਕਰਕੇ ਤੇ ਜਿਹੜਾ ਮੰਡੀਆਂ ਹੈਗੀਆਂ ਨਾ, ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ MSP ਦੀ ਜਿਹੜੀ ਪ੍ਰਾਈਸ ਆ ਇਹ ਥਰੂ ਮੰਡੀ ਸਿਸਟਮ ਹੀ ਮਿਲਦੀ ਆ, ਇਹ ਇੰਡੀਪੈਂਡੈਂਟਲੀ ਨਹੀਂ ਮਿਲਦੀ। ਫਾਰ ਐਗਜ਼ਾਮਪਲ ਮੇਰੇ ਜਿਹੜਾ ਹੈਗਾ ਨਾ ਧਾਨ ਹੈ, ਮੈਂ ਫਰਜ਼ ਦਿੱਤਾ ਜਾਂ ਕਣਕ ਆ, ਉਹ ਮੈਂ ਸਿੱਧਾ ਵੇਚਦੇ ਆ ਤਾਂ ਉਹਦੇ 'ਚ ਮੇਰੇ ਤੇ MSP ਵਾਲਾ ਭਾਅ ਲੱਗ ਦਿੰਦੇ ਹੁਣ, ਪਰ ਉਹਦੇ ਉੱਤੇ ਉਹ ਮੈਨੂੰ ਕੋਈ ਜ਼ਰੂਰੀ ਨਹੀਂ ਹੈਗਾ ਕਿ ਬਾਹਰਲਾ ਬੰਦਾ ਮੈਨੂੰ MSP ਦੇਵੇ। ਸੋ ਜਿਹੜਾ ਉਹ ਖਰੀਦ ਸਕਦਾ ਇਸ ਤਰ੍ਹਾਂ। ਸੋ ਇਹ ਸਮਝੇ ਠੀਕ ਹੈ ਕਰਪਾਲ ਜੀ, ਮੈਂ ਤੁਹਾਡੇ ਨਾਲ ਤੁਸੀਂ ਆਪਨੂੰ ਮਿਊਟ ਕਰ ਦੇਣਾ ਪਲੀਜ਼। ਅੱਛਾ ਮੈਂ ਕਰ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਅੱਛਾ ਕਵਨੀਤ ਜੀ, ਇੱਕ ਤਾਂ ਇਹ ਕਿ ਜਿਸ ਤਰ੍ਹਾਂ ਕਿਰਪਾਲ ਜੀ ਨੇ ਮੈਂ ਸਾਨੂੰ ਉਹਦਾ ਥੋੜਾ ਜਿਹਾ ਬੈਕਗਰਾਉਂਡ ਦੱਸਿਆ, 3 ਜਿਹੜੇ ਸਨ ਉਹ ਲਾਜ਼ ਬਣਾਏ ਗਏ, ਪਾਸ ਹੋਏ ਪਾਰਲੀਮੈਂਟ ਤੋਂ, ਉਸ ਤੋਂ ਬਾਅਦ ਰਿਐਕਸ਼ਨ ਬਹੁਤ ਜ਼ਿਆਦਾ ਆ ਗਿਆ।
ਵਿੱਚ MSP ਦਾ ਵੀ ਜ਼ਿਕਰ ਆਇਆ, ਸਾਰਾ ਕੁਝ ਲੋਕਾਂ ਨੇ ਕਿਹਾ ਜੀ ਮਿਨੀਮਮ ਸਪੋਰਟ ਪ੍ਰਾਈਸ। ਹੁਣ ਲੋਕ ਕਹਿ ਰਹੇ ਨੇ ਜੀ ਕਿ ਇੱਕ ਨਵਾਂ ਤੁਸੀਂ ਲਾਅ ਬਣਾਓ ਔਰ ਉਹਦੇ ਵਿੱਚ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰੋ। ਮਸਲਾ ਕੀ ਹੈਗਾ ਹੁਣ, ਸੈਂਟਰਲ ਗਵਰਨਮੈਂਟ ਜਿਹੜੀ ਹੈ BJP ਦੀ ਗਵਰਨਮੈਂਟ, ਉਹ ਰੈਜ਼ਿਸਟ ਕਰ ਰਹੀ ਹੈ, ਉਹ ਮੰਗਾਂ ਨੂੰ, ਜਿਹੜੇ ਕਿਸਾਨਾਂ ਦੀਆਂ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਤਿਆਰ ਨਹੀਂ ਹੈ, ਜਾਂ ਆਪਣਾ ਸਟੇਟ ਗਵਰਨਮੈਂਟਸ ਨੇ ਉਹ ਵੀ ਨਹੀਂ ਸਪੋਰਟ ਕਰ ਰਹੀਆਂ। ਕੀ ਹੋ ਕੀ ਰਿਹਾ? ਇਸ਼ੂ ਜੀ ਥੋੜਾ ਕੰਪਲਿਕੇਟਡ ਐਂਡ ਕੰਪਲੈਕਸ ਹੈਗਾ ਕਿ ਇਫ ਯੂ ਥੋੜਾ ਜਿਹਾ ਬੈਕਗ੍ਰਾਉਂਡ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤਾਂ ਕਿ ਯੂ ਅੰਡਰਸਟੈਂਡ ਕਿ ਕੰਪਲੈਕਸ ਕਿੰਨਾ। ਜਿਹੜੀ ਕਰੰਟ ਗਵਰਨਮੈਂਟ ਹੈਗੀ ਇੰਡੀਆ ਦੇ ਵਿੱਚ, ਉਹਦਾ ਜਿਹੜਾ ਜਿੰਨਾ ਵੀ ਉਹ ਗਵਰਨਮੈਂਟ ਜਦੋਂ ਪਾਵਰ 'ਚ ਆਈ ਹੈ, ਉਹਦਾ ਪਿਛੋਕੜ ਜਿਹੜਾ ਹੈਗਾ, ਜਿਸ ਤਰ੍ਹਾਂ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਲੌਬਿੰਗ ਹੁੰਦੀ ਹੈ, ਕਾਰਪੋਰੇਟ ਹਾਊਸਸ ਜਿਹੜੇ ਨੇ ਦੇ ਫੰਡ ਸਾਰਾ ਕੁਝ ਤੁਹਾਨੂੰ ਪੈਸੇ ਦਿੰਦੇ ਨੇ ਤਾਂ ਕਿ ਤੁਸੀਂ ਆਪਣੀ ਇਲੈਕਸ਼ਨਰਿੰਗ ਕਰੋ। ਕਰੋੜਾਂ ਦੇ ਕਰੋੜਾਂ ਅਰਬ ਪੈਸੇ ਖਰਚੇ ਜਾਂਦੇ ਨੇ। ਉਹ ਜਿਹੜੇ ਪੈਸੇ ਨੇ, ਉਹ ਜਿਹੜੇ ਟੌਪ ਤੇ ਜਿਹੜੇ 5, 10, 15 ਬਿਲੀਅਨਰ ਨੇ, ਬਲਕ ਜਿਹੜਾ ਪੈਸਾ ਹੈਗਾ ਉਹਨਾਂ ਨੇ ਦਿੱਤਾ ਹੈ ਟੂ ਗੈਟ ਦ ਇਨਕੰਬੈਂਟ ਇਨਟੂ ਆਫਿਸ, ਵੀ ਉਸ ਨੂੰ ਦਫ਼ਤਰ 'ਚ ਪਾਉਣ ਵਾਸਤੇ ਜਿਹਨੀ ਇਲੈਕਸ਼ਨਿੰਗ ਕੀਤੀ ਹੈ, ਸਾਰੀ ਕੈਂਪੇਨ ਉਹਨਾਂ ਨੇ ਦਿੱਤੀ ਹੈ। ਅੱਛਾ, ਇਟਸ ਆਲਸੋ ਟਿਪਿਕਲੀ ਜਿਹਨੂੰ ਅੰਗਰੇਜ਼ੀ ਕਹਿੰਦੇ ਟ੍ਰਾਂਜੈਕਸ਼ਨਲ ਹੈ, ਵੀ ਤੁਸੀਂ ਮੈਨੂੰ ਕੁਝ ਮਦਦ ਕੀਤੀ ਤੇ ਮੇਰੀ ਵੀ ਮਦਦ ਤੁਹਾਨੂੰ ਕਰਨੀ ਪੈਣੀ ਹੈ। ਤੇ ਜੇ ਤੁਸੀਂ ਮਾਇਆ ਦੇ ਕੇ ਮੈਨੂੰ ਪ੍ਰਧਾਨ ਬਣਾਇਆ ਤੇ ਪ੍ਰਧਾਨ ਨੇ ਫਿਰ ਤੁਹਾਡੀ ਕੋਈ ਤੋਂ ਕੋਈ ਸੇਵਾ ਕਰਨੀ ਪੈਣੀ ਹੈ। ਅੱਛਾ, ਉਹ ਜਿਹੜੇ ਸਾਰੇ ਹੈਗੇ ਨੇ ਇਸ ਵੇਲੇ, ਉਹ ਦੇ ਆਰ ਦ ਲਾਰਜੈਸਟ ਜਿਹੜੇ ਕਹਿੰਦੇ ਬਿਜ਼ਨਸ ਕਾਰਪੋਰੇਟ ਹਾਊਸਸ ਇੰਡੀਆ ਦੇ ਵਿੱਚ ਇਸ ਵੇਲੇ, ਜਿੰਨੇ ਵੀ ਵੱਡੇ ਵੱਡੇ ਹੈਗੇ ਨੇ, ਜਿਨ੍ਹਾਂ ਕੋਲ ਸੀਮੈਂਟ ਤੋਂ ਲੈ ਕੇ ਆਇਲ ਤੋਂ ਡਿਫੈਂਸ ਤੱਕ ਸਾਰਾ ਕੰਟਰੋਲ ਕਰ ਰਹੇ ਨੇ। ਅੰਬਾਨੀਜ਼ ਵੀ ਨੇ, ਉਹਨਾਂ ਜਟਾਨੀਜ਼ ਵੀ ਨੇ, ਸਾਰੇ ਵੀ ਉਹਦੇ ਸ਼ਾਮਿਲ, ਸਾਰੇ ਵਿੱਚ ਨੇ ਉਹਦੇ। ਅੱਛਾ, ਜਿਹੜੀ ਹੁਣ ਜਿਹੜੀਆਂ ਸਟੇਟਸ ਨੇ, ਹਰ ਸਟੇਟ ਦੀ ਜਿਹੜੀ MSP ਪ੍ਰਾਈਸ ਵੇਰੀਜ਼ ਅ ਬਿਟ, ਉਹਨਾਂ ਦੇ ਥੋੜੇ ਲਾਜ਼ 'ਚ ਡਿਫਰੈਂਸ਼ੀਅਲ ਹੈਗਾ। ਐਂਡ ਜਿਹੜੀ ਕੁਛ ਗੱਲ ਜਿਹੜੀ ਸਰ ਕਿਰਪਾਲ ਸਿੰਘ ਜੀ ਗੱਲ ਕਰ ਰਹੇ ਸੀ ਕਿ ਜਿਹੜੇ ਫਾਰਮਰਸ ਨੇ ਉਹ 85% ਤੋਂ ਵੱਧ ਤੋਂ ਵੱਧ 85% ਤੋਂ ਮਿਨੀਮਮ ਜਿਹੜੇ ਬੰਦੇ ਨੇ, ਉਹਨਾਂ ਤੋਂ 5 ਏਕੜ ਤੋਂ ਘੱਟ ਜ਼ਮੀਨ ਹੈ ਉਹਨਾਂ ਕੋਲ। ਉਹਦੇ ਤੁਸੀਂ ਤੁਹਾਡੇ ਕੋਲ ਮਤਲਬ 5 ਏਕੜ ਨਾਲ ਤੁਸੀਂ ਕੀ ਕਰ ਸਕਦੇ ਹੋ? ਇਹੋ ਜਿਹਾ ਹਾਲ ਹੈ ਕਿ ਪਲੇਸ ਲਾਈਕ ਬਿਹਾਰ, ਜਿੱਥੇ MSP ਆਲਰੇਡੀ ਉਹਨਾਂ ਨੇ ਉਡਾ ਛੱਡੀ ਹੈ 2006 ਦੇ ਵਿੱਚ, ਉਹ ਇੰਨੇ ਗਰੀਬ ਹੋ ਗਏ ਕਿ ਉਹ ਬਿਹਾਰ ਤੋਂ ਜਿਹੜਾ ਘੱਟ ਤੋਂ ਘੱਟ 1000 ਕਿਲੋਮੀਟਰ ਪੰਜਾਬ ਤੋਂ ਦੂਰ ਹੈ, ਉੱਥੋਂ ਆਪਣੀਆਂ ਜ਼ਮੀਨਾਂ ਛੱਡ ਕੇ ਉਹ ਮਜ਼ਦੂਰੀ ਕਰਨ ਆ ਰਹੇ ਪੰਜਾਬ ਦੇ ਵਿੱਚ। ਤੁਹਾਨੂੰ ਹਾਲਾਤ ਦੱਸ ਸਕਦੇ ਵੀ MSP ਉਡਾਉਣ ਨਾਲ ਕੀ ਹੁੰਦਾ। ਅੱਛਾ, ਜਿਹੜੀ ਲਾਜ਼ ਆਏ ਨੇ ਉਹਦੇ ਵਿੱਚ ਇਹਨਾਂ ਨੇ ਇੰਨੀਆਂ ਚਲਾਕੀ ਨਾਲ ਲਾਜ਼ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਐਗਜ਼ਾਮਪਲ ਦੇ ਰਿਹਾ ਉਹਨਾਂ ਇੱਕ ਲਾਜ਼ ਦੇ ਵਿੱਚ ਕਲੌਜ਼ ਪਾਇਆ ਉਹਨਾਂ ਨੇ ਕਿ ਜੇ ਫਰਜ਼ ਕਰੋ ਤੁਹਾਨੂੰ ਜਿਹੜੀ ਉਹ ਹੁੰਦੇ ਨਾ ਵੀ ਜਸਟ ਐਂਡ ਫੇਅਰ, ਵੀ ਐਕੁਟੇਬਲ ਤੁਹਾਨੂੰ ਐਕੁਇਟੀ ਮਿਲੂਗੀ ਵੀ ਪ੍ਰਾਈਸ ਦੀ, ਤੇ ਉਹਦੇ ਵਿੱਚ ਕੋਈ ਗੜਬੜ ਹੋਵੇ ਤੇ ਜਿਹੜਾ ਨਵਾਂ ਲਾਅ ਕਹਿੰਦਾ ਵੀ ਤੁਸੀਂ ਕੋਰਟ ਕਚਹਿਰੀ ਜਿਹੜੀ ਹੈਗੀ ਹੈ ਪੰਜਾਬ ਦੀ ਜਾਂ ਸੈਂਟਰਲ ਦੀ, ਤੁਸੀਂ ਜਾ ਹੀ ਨਹੀਂ ਸਕਦੇ। ਇਹਦੀ ਮੀਡੀਏਸ਼ਨ ਹੋਊਗੀ। ਮੀਡੀਏਸ਼ਨ ਕੌਣ ਕਰੂਗਾ? ਇੱਕ ਜਿਹੜਾ ਲੋਕਲ ਜਿਹੜਾ ਤੁਹਾਡਾ ਰੈਪਰੈਜ਼ੈਂਟੇਟਿਵ ਹੈ ਉਹ ਹੋਊ ਤੇ ਉਹ ਮੀਡੀਏਟਰ ਹੋਊ। ਅੱਛਾ, ਜਿਹੜੇ ਹੁਣ ਅਦਨਾਨੀ ਅੰਬਾਨੀ ਵਾਂਗੂ ਐਡੇ ਵੱਡੇ ਨੇ, ਉਹ ਤੇ ਜਿੰਨੇ ਮਰਜ਼ੀ ਉਹਨੂੰ ਪੈਸਾ ਖਵਾ ਕੇ ਕਹਿ ਸਕਦੇ ਵੀ ਸਾਡੀ ਤੂੰ ਹੱਕ 'ਚ ਗੱਲ ਕਰਨੀ ਹੈ, ਤੇ ਅਗਲਾ ਬੰਦਾ ਭਾਵੇਂ ਜਿੰਨਾ ਮਰਜ਼ੀ ਸੱਚਾ ਹੋਵੇ ਤੇ ਗਰੀਬ ਜਿਹੜਾ 10 ਕਿੱਲੇ ਦਾ ਬੰਦਾ, ਉਹਦੀ ਤਾਂ ਗੱਲ ਹੀ ਨਹੀਂ ਕਿਸੇ ਨੇ ਸੁਣਨੀ, ਤੇ ਉਹਨੂੰ ਕਹਿਣਗੇ ਤੈਨੂੰ ਅਸੀਂ ਪੈਸੇ ਨਹੀਂ ਦੇ ਸਕਦੇ। ਤੇ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ, ਜਿਹੜੀ ਅਮਰੀਕਾ ਤੇ ਇੱਥੇ ਨਾਰਥ ਅਮਰੀਕਾ 'ਚ ਹੋ ਰਹੀ ਹੈ। ਅੱਜ ਤੋਂ 15-20 ਸਾਲ ਪਹਿਲੋਂ ਐਮਾਜ਼ੋਨ ਜਿਹੜੀ ਆਨਲਾਈਨ ਕੰਪਨੀ ਹੈ, BJ ਕਲੱਬ ਹੋ ਗਿਆ, ਸੈਮਸ ਕਲੱਬ ਹੋ ਗਿਆ, ਆਪਾਂ ਸਾਰੇ ਜਾਣਦੇ ਹਾਂ, ਥੀਸ ਆਰ ਲਾਰਜ ਵੇਅਰ ਹਾਊਸਸ ਜਿੱਥੋਂ ਆਪਾਂ ਖਾਣਾ ਪੀਣਾ ਲੈਂਦੇ ਹਾਂ। ਅੱਜ ਤੋਂ 15-20 ਸਾਲ ਪਹਿਲੋਂ ਮੇਰੇ ਇੱਕ ਜਾਣ ਪਛਾਣ ਦੇ ਸੱਜਣ ਸੀ, ਉਹ ਪੰਜਾਬ ਤੋਂ ਬਾਸਮਤੀ ਦਾ ਉਹਨਾਂ ਨੇ ਹੌਲੀ ਹੌਲੀ ਸ਼ੁਰੂ ਕੀਤਾ ਕੰਮ, ਤੇ ਬਾਸਮਤੀ ਦਾ ਉਹਨਾਂ ਚੋਂ ਉਹ ਕੋਈ 2 ਟਨ ਕਹਿ ਲਓ ਜਾਂ ਅੱਧਾ ਕੰਟੇਨਰ ਭੇਜਣਾ ਸ਼ੁਰੂ ਕੀਤਾ ਉਹਨਾਂ ਨੇ, ਤੇ ਦੇ ਵੁੱਡ ਗੈਟ ਅ ਟ੍ਰਮੈਂਡਸ ਪ੍ਰੋਫਿਟ, ਕਿਉਂਕਿ ਨਵੀਂ ਬਾਸਮਤੀ ਸ਼ੁਰੂ ਕੀਤੀ ਸੀ ਅਪਰੋਕਸੀਮੇਟਲੀ 15-20 ਸਾਲ ਪਹਿਲਾਂ। as time progressed, BJ Club, Amazon got bigger and bigger. ਜਿਉਂ ਉਹ ਵੱਡੇ ਹੁੰਦੇ ਗਏ, ਰਿਟੇਲ ਸੈਂਟਰਸ ਵੱਡੇ ਹੁੰਦੇ ਗਏ, ਜਿਹੜੀ ਬਾਸਮਤੀ ਦਾ ਸਪਲਾਈ ਆ ਰਿਹਾ, ਚਾਹੇ ਉਹ ਪਾਕਿਸਤਾਨ ਤੋਂ, ਪੰਜਾਬ ਤੋਂ ਆ ਰਿਹਾ, the large retail houses started demanding from the producer ਕਿ ਵੀ ਤੁਸੀਂ ਜਿਹੜੇ ਭਾਅ ਤੇ ਸਾਨੂੰ ਵੇਚਣ ਦੇ ਇਤਨੀ ਵੇਚੋਗੇ, ਅਸੀਂ ਤੁਹਾਨੂੰ ਕਹਾਂਗੇ ਕਿਹੜੇ ਭਾਅ ਤੇ ਤੁਹਾਨੂੰ ਅਸੀਂ ਪ੍ਰੋਫਿਟ ਦੇਵਾਂਗੇ। ਮੈਂ ਨਾ ਕਿ ਜੇ ਅੱਗੇ 500 ਰੁਪਏ ਦੀ ਕੁਇੰਟਲ ਆ ਰਿਹਾ ਸੀ ਤੇ $1000 ਦਾ ਵਿਕ ਰਿਹਾ ਸੀ ਤੇ $500 ਪ੍ਰੋਫਿਟ ਸੀ, ਸਿੱਧਾ 100% ਪ੍ਰੋਫਿਟ। ਅੱਜ ਉਲਟਾ ਹੋ ਗਿਆ ਕਿ ਵਾਲਮਾਰਟ ਤੇ ਸੈਮਸ ਕਲੱਬ ਕਹਿ ਰਹੇ ਨੇ ਮੇਰੇ ਵਾਂਗੂ ਸੱਜਣ ਨੂੰ ਕਿ ਵੀ ਤੈਨੂੰ 500 ਦੀ ਪੈ ਰਹੀ ਹੈ, ਅਸੀਂ ਤੈਨੂੰ 500 ਤੇ $5 ਦੇਵਾਂਗੇ, ਲੈਣਾ ਲੈਣੇ ਤਾਂ ਦਫਾ ਹੋ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਪ੍ਰੋਡਿਊਸਰ ਹੈ ਤੇ ਜਿਹੜਾ ਜਿਹਨੇ ਇੰਨੀ ਮਿਹਨਤ ਕੀਤੀ ਹੈ, ਉਹਦੀ ਜਿਹੜੀ ਪ੍ਰੋਫਿਟੇਬਿਲਿਟੀ ਹੈ ਉਹ ਕੰਟਰੋਲ ਕਰ ਰਿਹਾ ਦ ਪ੍ਰੋਕਿਊਰਰ, ਬਿਕਾਜ਼ ਪ੍ਰੋਕਿਊਰਰ ਇਜ਼ ਸੋ ਲਾਰਜ ਨਾਓ ਕਿ ਉਹ
ਤੁਹਾਨੂੰ ਯੂ ਬਿਕਮ ਡੇਵਿਡ ਐਂਡ ਗੋਲਾਇਥ ਵਾਲੀ ਹੁਣ ਫਾਈਟ ਸ਼ੁਰੂ ਹੋ ਜਾਂਦੀ ਹੈ। ਇਸ ਵੇਲੇ ਜਿਹੜੇ ਆੜਤੀਆਂ ਦਾ ਜਿਹੜਾ ਸਰ ਕਿਰਪਾਲ ਸਿੰਘ ਜੀ ਸਮਝਾ ਰਹੇ ਸੀ ਕਿ ਇਟਸ ਸਲਾਈਟਲੀ ਮੋਰ ਲੈਵਲ ਪਲੇਇੰਗ ਫੀਲਡ। 7000 ਤੋਂ ਉੱਤੇ ਆੜਤੀ ਨੇ ਜੀ ਇਕੱਲੇ ਪੰਜਾਬ ਦੇ ਵਿੱਚ, ਪੰਜਾਬ ਛੋਟਾ ਜਿਹਾ ਹੈਗਾ। ਅੱਛਾ, ਜਦੋਂ ਉਹਨਾਂ ਨੇ ਬੰਦ ਕਰਤਾ 7000 ਆੜਤੀ ਉੱਡ ਗਏ। ਹਰ ਆਕਸ਼ਨ ਹਾਊਸ ਜਿਹਨੂੰ ਕਹਿੰਦੇ ਨੇ, ਜਿੱਥੇ ਤੁਹਾਡੀ ਮੰਡੀ ਹੁੰਦੀ ਹੈ, ਮੰਡੀ 'ਚ ਘੱਟ ਤੋਂ ਘੱਟ 50-100 ਬੰਦਾ ਕੰਮ ਕਰ ਰਿਹਾ, ਘੱਟ ਤੋਂ ਘੱਟ, ਜ਼ਿਆਦਾ ਹੋਣਗੇ ਜਿਹੜਾ ਸਮਾਨ ਚੱਕਣ ਦੇ ਨੇ। ਦੁਕਾਨਾਂ ਨੇ ਰੋਟੀ ਖਾਣ ਵਾਲੀਆਂ, ਕਿਸੇ ਨਾਈ ਦੀ ਦੁਕਾਨ ਹੈ, ਕਿਸੇ ਦੀ ਕੋਈ ਖਾਣੀ ਦੀ ਦੁਕਾਨ ਹੈ, ਕਿਸੇ ਦੀ ਚਾਹ ਦੀ ਦੁਕਾਨ ਹੈ, ਉਹ ਸਾਰਾ ਕੁਝ ਮਲੀਆਮੇਟ ਹੋ ਜਾਊਗਾ। ਜਿੱਦਾਂ ਵਾਲਮਾਰਟ ਨੇ ਅਮਰੀਕਾ ਦੇ ਛੋਟੇ ਛੋਟੇ ਟਾਊਨਾਂ ਨੂੰ ਮਲੀਆਮੇਟ ਕਰਤਾ, ਤੇ ਉਹ ਜਿੰਨੇ ਰਿਟੇਲਰ ਸੀ ਉਹ ਅੱਜ ਵਾਲਮਾਰਟ ਦੇ $15 ਦੇ ਘੰਟੇ ਦੇ ਕੰਮ ਕਰ ਰਹੇ ਨੇ। ਐਗਜ਼ੈਕਟਲੀ ਉਹੀ ਕੰਮ ਉੱਥੇ ਪੰਜਾਬ 'ਚ ਹੋਣ ਵਾਲਾ ਹੈ। ਬਟ ਲੇਕਿਨ ਪੰਜਾਬ 'ਚ 10 ਕਦਮ ਗਾਂਹ ਹੋਣੀ ਹੈ। ਉਹ ਗੱਲ ਕਿੱਦਾਂ ਹੋਣੀ ਹੈ? ਪਿਛਲੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਗੱਲ ਕਰ ਰਹੇ ਸੀ ਤੁਸੀਂ, ਪਿਛਲੀਆਂ 2 ਗਵਰਨਮੈਂਟਸ ਜਿਹੜੀਆਂ ਪੰਜਾਬ ਦੀਆਂ ਸੀ, ਉਹਨਾਂ ਦੇ ਦੋਨੋਂ ਤੁਸੀਂ ਜਾਣਦੇ ਹੀ ਹੋ, ਇੱਕ ਕੈਪਟਨ ਅਮਰਿੰਦਰ ਹੈਗਾ ਕਰੰਟਲੀ, ਉਸ ਤੋਂ ਬਾਅਦ ਬਾਦਲ ਪਰਿਵਾਰ ਸੀ, ਬਾਦਲ ਸਾਹਿਬ। ਹਾਂਜੀ, ਇਹਨਾਂ ਦੋਨਾਂ ਦੀ ਜਿਹੜੀ ਅਨਐਂਡਿੰਗ ਕਰਪਸ਼ਨ ਹੈਗੀ ਹੈ, ਉਹ ਇਸ ਢੰਗ ਨਾਲ ਹੈ ਕਿ ਇਹਨਾਂ ਨੇ ਮਿਲੀ ਭੁਗਤ ਜਿੱਦਾਂ ਕੀਤੀ ਹੁੰਦੀ ਹੈ ਕਾਰਪੋਰੇਟ ਹਾਊਸ ਨਾਲ ਕਰਕੇ, ਬੜੀ ਚੁੱਪਚਾਪ ਤਰੀਕੇ ਨਾਲ ਜਿੰਨੀਆਂ ਰੇਲ ਗੱਡੀਆਂ ਜਾ ਰਹੀਆਂ ਨੇ ਪੰਜਾਬ ਥਾਣੀ, ਉਹਨਾਂ ਦੇ ਆਲੇ ਦੁਆਲੇ ਜਿੱਥੇ ਮੌਕਾ ਲੱਗਦਾ ਉੱਥੇ ਜ਼ਮੀਨ ਅਲਾਟ ਕਰਤੀ ਫ੍ਰੀ ਉਹਨਾਂ ਨੂੰ, ਚਾਹੇ ਉਹ ਲੀਜ਼ ਤੇ ਕੀਤੀ ਹੈ ਲੌਂਗ ਟਰਮ, ਚਾਹੇ ਜ਼ਮੀਨ ਦੇਤੀ ਉਹਨਾਂ ਨੂੰ। ਜ਼ਮੀਨ ਉੱਥੇ ਹੋਰ ਹੈ ਹੀ ਨਹੀਂ, ਜ਼ਮੀਨ ਤਾਂ ਬਹੁਤ ਮਹਿੰਗੀ ਹੈ ਪੰਜਾਬ 'ਚ, ਕਿਉਂਕਿ ਉੱਥੇ ਤੁਸੀਂ ਵਾਹੀ ਕਰਨੀ ਹੈ, ਤੇ ਜੇ ਵਾਹੀ ਕਰਨ ਵਾਲੀ ਜ਼ਮੀਨ ਨੂੰ ਤੁਸੀਂ ਕਿਸੇ ਨੂੰ ਦਾਨ ਕਰ ਦੋ, ਦੈਟਸ ਮਨੀ ਆਊਟ ਆਫ ਸਮਬਡੀਜ਼ ਪਾਕਟ, ਤੇ ਗਵਰਨਮੈਂਟ ਉਤੋਂ ਲੁੱਟ ਕੇ ਤੇ ਇਹਨਾਂ ਨੂੰ ਦੇ ਰਹੀ ਹੈ। ਤੇ ਦੇ ਹੈਵ ਬਿਲਟ ਜਾਇੰਟ ਮੈਸਿਵ ਵੇਅਰ ਹਾਊਸਸ ਅਲੋਂਗ ਦ ਰੇਲਵੇ ਲਾਈਨਸ। ਅੱਛਾ, ਉਹਨਾਂ ਦੇ ਵੇਅਰ ਹਾਊਸ ਪਹਿਲਾਂ ਹੀ ਤਿਆਰ ਕਰ ਲਏ ਨੇ, ਹਾਲੀ ਕਿ ਲਾਜ਼ ਹੁਣ ਪਾਸ ਹੋਏ ਨੇ, ਬਟ ਇਨ ਐਂਟੀਸਿਪੇਸ਼ਨ, ਦਾ ਮਤਲਬ ਇਹਨਾਂ ਦੀ ਪਲੈਨਿੰਗ ਪਿਛਲੇ 5 ਸਾਲਾਂ ਤੋਂ ਚੱਲ ਰਹੀ ਹੈ ਕਿ ਆਹ ਸਾਡਾ ਮਾਸਟਰ ਪਲਾਨ ਹੈ। ਤੇ ਉਹਨਾਂ ਨੇ ਵੇਅਰ ਹਾਊਸਸ ਬਣਾ ਲਏ ਨੇ, ਤੇ ਜਿਨ੍ਹਾਂ ਨੇ ਅਲਾਟ ਕੀਤੀ ਜ਼ਮੀਨ, ਉਹਨਾਂ ਨਾਲ ਉਹਨਾਂ ਨੇ ਆਟਾ ਸੱਟਾ ਕੀਤਾ ਹੋਇਆ ਵੀ ਤੁਹਾਨੂੰ ਫ੍ਰੀ ਦੇ ਵਿੱਚ ਅਸੀਂ ਤੁਹਾਨੂੰ ਕਮਿਸ਼ਨ ਦੇ ਦਿਆ ਕਰਾਂਗੇ, ਰਾਇਲਟੀ ਦੇ ਦਿਆ ਕਰਾਂਗੇ, ਪਿੱਛੋਂ ਬ੍ਰਾਈਬਸ ਉਹਨਾਂ ਨੂੰ ਮਿਲ ਜਾਣੀਆਂ ਮੋਟੀਆਂ ਅਰਬਪਤੀ ਦੇ। ਸੋ ਜਦੋਂ ਇਹ ਸੈੱਟ ਹੋ ਗਿਆ, ਤੇ ਫਰਜ਼ ਕਰੋ ਜਿਹੜੇ ਕਰੰਟ ਲਾਜ਼ ਤੇ ਆਪੋਜੀਸ਼ਨ ਨਹੀਂ ਹੁੰਦੀ, ਐਂਡ ਲੈਟਸ ਅਸਿਊਮ 1 ਮਿੰਟ ਵਾਸਤੇ ਕਿ ਇਹ ਕੰਮ ਜਾਰੀ ਹੈ ਜੀ, ਪੰਜਾਬ ਦੇ ਸਾਰੇ ਬੰਦੇ ਤੇ ਬਾਕੀ ਵੀ ਜਿੰਨੇ ਫਾਰਮਰਸ ਨੇ ਇੰਡੀਆ ਦੇ ਕਹਿੰਦੇ ਜੀ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਸਾਨੂੰ ਪੁੱਛੇ ਬਗੈਰ, ਇਹ ਬੜੀ ਚੰਗੀ ਗੱਲ ਹੈ। ਹੋਣਾ ਇਹ ਜੇ ਕਿ ਪਹਿਲੇ 2 ਸਾਲ 3 ਸਾਲ 4 ਸਾਲ ਐਟ ਦ ਮੈਕਸ, ਜ਼ਿਆਦਾ ਸਾਡੇ ਸਾਰਿਆਂ ਦੇ ਐਸਟੀਮੇਸ਼ਨ ਚੋਂ, ਜਿਨ੍ਹਾਂ ਨੇ ਸਿਆਣਿਆਂ ਨਾਲ ਗੱਲ ਕੀਤੀ ਹੈ, 2 ਸਾਲ ਤੋਂ ਵੱਧ ਨਹੀਂ ਹੋਣਾ, ਕਿ MSP ਤੋਂ 100 200 400 ਵੱਧ ਹੀ ਦੇ ਦੇਣਗੇ। ਅੱਛਾ, ਸਾਰੇ ਖੁਸ਼ ਕਿ ਤੇ ਪੈਸੇ ਬੜੇ ਸੋਹਣੇ ਦੇ ਰਹੇ ਨੇ। ਜਦੋਂ 2-3 ਸਾਲ ਨਿਕਲ ਗਏ, ਦੇ ਆਲਸੋ ਹੈਵ ਇਨ ਦ ਲਾਅ ਕਿ ਦੇ ਵਿਲ ਹੈਵ ਕੰਟਰੈਕਟ ਫਾਰਮਿੰਗ, ਜਿੱਥੇ ਦੇ ਵਿਲ ਨਾਟ ਜਸਟ ਡਿਮਾਂਡ ਕਿ ਕੀ ਪਲਾਂਟ ਕਰਨਾ ਹੈ, ਕਿੱਦਾਂ ਪਲਾਂਟ ਕਰਨਾ, ਕਿਦੋਂ ਪਲਾਂਟ ਕਰਨਾ, ਉਹ ਕਿਹੜੇ ਟਾਈਮ ਤੇ ਪਾਣੀ ਪਊਗਾ, ਕੰਪਲੀਟ 100% ਕੰਟਰੋਲ ਓਵਰ ਯੋਰ ਲੈਂਡ। ਤੇ ਉਹਦੇ ਚ ਮਾੜੀ ਵੀ ਜੇ ਕੋਈ ਤਬਦੀਲੀ ਆ ਗਈ ਤੁਹਾਡੇ ਵੱਲੋਂ ਜਾਂ ਵੈਦਰ ਵੱਲੋਂ, ਕੰਡੀਸ਼ਨਸ ਖਰਾਬ ਹੋ ਗਈਆਂ, ਦੇ ਹੈਵ ਸੋ ਮੈਨੀ ਕੈਵੀਏਟਸ ਕਿ ਉਹ ਬਾਹਰ ਨਿਕਲ ਕੇ ਤੁਹਾਨੂੰ ਨੰਗਾ ਛੱਡ ਕੇ ਜਾ ਸਕਦੇ ਨੇ, ਤੇ ਤੁਹਾਡੇ ਕੋਲ ਕੋਰਟ ਕਚਹਿਰੀ ਦਾ ਰਾਹ ਨਹੀਂ ਹੈਗਾ। ਇਹਦਾ ਮਤਲਬ ਹੈ ਕਿ 2-3 ਸਾਲ ਤੇ ਘੋੜਾ ਘੁੱਟ ਵੀ ਕਰ ਲੈਣਗੇ, ਤੀਜੇ ਚੌਥੇ ਸਾਲ ਉਹਨੇ ਕਹਿਣਾ ਜੀ ਤੁਹਾਡੀ ਪ੍ਰਾਈਸ ਕਾਸਟ ਤੁਹਾਡੀ ਪੈ ਰਹੀ ਹੈ 1000 ਰੁਪਈਆ ਕਿਸੇ ਚੀਜ਼ ਦੀ, ਤੇ ਅਸੀਂ ਤੁਹਾਨੂੰ 600 ਦੇ ਸਕਦੇ, ਲੈਣਾ ਡੁੱਬ ਮਰੋ। ਅੱਛਾ, ਜੇ ਸਾਰੇ ਪੰਜਾਬ ਚ ਤਾਂ ਹੋ ਗਿਆ ਤੇ ਸਾਰੇ ਕੰਗਾਲ ਹੋ ਜਾਣਗੇ। ਕਰਜ਼ੇ ਤੇ ਪਹਿਲਾਂ ਹੀ ਚੜੇ ਹੋਏ ਨੇ, 30,000 ਤੋਂ ਉੱਤੇ ਸੁਸਾਈਡਸ ਪਹਿਲਾਂ ਹੀ ਪੰਜਾਬ ਦੇ ਫਾਰਮਰਸ ਕਮਿਟ ਕਰ ਚੁੱਕੇ ਨੇ, ਜਿਨ੍ਹਾਂ ਦੀ ਕੋਈ ਖਬਰ ਨਹੀਂ ਬਾਹਰ ਆਉਂਦੀ। ਅੱਛਾ, ਉਤੋਂ ਬਾਹਰਲੇ ਮੁਲਕ, ਬਾਹਰਲੇ ਸਟੇਟਾਂ 'ਚ ਵੀ ਬੜੀਆਂ ਮਤਲਬ ਕਿ ਫਾਰਮਰਸ ਸੁਸਾਈਡ ਕਮਿਟ ਕਰ ਰਹੇ, ਬਿਕੋਜ਼ ਦੇ ਆਰ ਇਨ ਡੈਟ। 5-6 ਕਿੱਲੇ ਦੀ ਜ਼ਮੀਨ ਵਾਲੇ ਨੇ ਲੱਖ ਰੁਪਈਆ ਲਿਆ ਬੱਚੇ ਨੂੰ ਸਕੂਲ ਭੇਜਣ ਵਾਸਤੇ, ਵਿਆਹ ਕਰਨਾ ਲਟਰਮ ਪਟਰਮ, ਜਦੋਂ ਇਹ ਵੱਡੇ ਕਾਰਪੋਰੇਟ ਹਾਊਸ ਆ ਗਏ ਤੇ ਫਰਜ਼ ਕਰੋ ਸੇਮ ਡੈਟ ਸਾਈਕਲ ਸਟਾਰਟਸ, ਤੇ ਜੇ ਡੈਟ ਉਸ ਤੋਂ ਵੀ ਜ਼ਿਆਦਾ ਚੜ ਗਿਆ, ਤੇ ਫਿਰ ਜਿਨ੍ਹਾਂ ਨੇ ਤੁਹਾਡੇ ਤੋਂ 5-10 ਸਾਲ ਦੀ ਲੀਜ਼ ਲਈ ਹੈ, ਦੇ ਵਿਲ ਹੈਵ ਦ ਰਾਈਟ to usurp your property, because ਉਹਨੇ ਕਹਿਣਾ ਵੀ ਪੈਸੇ ਤੁਹਾਡੇ। ਅੱਛਾ, ਬੜਾ ਡੇਂਜਰਸ ਕਿਸਮ ਦਾ ਸਿਨੈਰੀਓ ਤੁਸੀਂ ਡਰਾ ਕੀਤਾ ਹੈ ਕਵਨੀ ਜੀ। ਮੈਂ ਆਪਣੀ ਭੈਣ ਨੂੰ ਪੁੱਛਾਂਗਾ, ਜਸਬੀਰ ਸਾਹਿਬਾ ਨੂੰ, ਕਿ ਜਸਬੀਰ ਜੀ ਜ਼ਰਾ ਤੁਸੀਂ ਦੱਸੋ ਕਿ ਇਹ ਜਿਹੜੀ ਚੀਜ਼ ਅਸੀਂ ਦੇਖ ਰਹੇ ਹਾਂ, ਇੱਕ ਤਾਂ ਹੈ ਕਿ ਸਿਰਫ ਇਹ ਪੰਜਾਬ ਤੱਕ ਮਹਿਦੂਦ ਨਹੀਂ ਰਹਿ ਗਈ, ਪੰਜਾਬ ਤੋਂ ਵੀ ਲੋਕ ਜਾ ਰਹੇ ਨੇ, ਹਰਿਆਣੇ ਤੋਂ ਵੀ ਜਾ ਰਹੇ ਨੇ, ਰਾਜਸਥਾਨ ਤੋਂ ਵੀ ਜਾ ਰਹੇ ਨੇ, ਯੂਪੀ ਤੋਂ ਵੀ ਜਾ ਰਹੇ ਨੇ, ਦਿੱਲੀ ਚਲੋ ਕਹਿ ਰਹੇ ਨੇ, ਔਰ ਉੱਥੇ ਜਾ ਕੇ ਸਭ ਕੁਝ ਹੋ ਰਿਹਾ। ਅੱਛਾ, ਹੁਣ ਇਹ ਦੱਸੋ ਕਿ ਜਿਹੜਾ ਇਹ ਕਾਰਪੋਰੇਟਾਈਜੇਸ਼ਨ ਜਿਹੜੀ ਹੋ ਰਹੀ ਹੈ, ਔਰ ਖਾਸ ਤੌਰ ਦੇ ਉੱਤੇ ਪੰਜਾਬ ਦਾ ਅਸੀਂ ਦੇਖਦੇ ਹਾਂ ਕਿ ਪਿਛਲੀਆਂ 2-3 ਗਵਰਨਮੈਂਟਸ ਜਿਹੜੀਆਂ ਨੇ, ਉਹ ਬੀਜੇਪੀ ਉੱਤੇ ਬੁਰੀ ਤਰ੍ਹਾਂ ਹਾਰੀ ਹੈ, ਔਰ ਉੱਥੇ ਉਹ ਕਿਆ ਤੁਸੀਂ ਸਮਝਦੇ ਹੋ ਕਿ
ਬੀਜੇਪੀ ਇਹ ਬਦਲਾ ਲੈ ਰਹੀ ਹੈ ਜਾਂ ਕਿਉਂਕਿ ਉੱਥੇ ਤੇ ਸਿਆਸੀ ਲਿਹਾਜ਼ ਨਾਲ ਪੋਲੀਟੀਕਲ ਲੈਵਲ ਤੇ ਉਹਨਾਂ ਨੂੰ ਬਿਲਕੁਲ ਕੋਈ ਸਪੋਰਟ ਨਹੀਂ ਮਿਲੀ ਡਿਸਪਾਈਟ ਆਲ ਦੀ ਕੈਂਪੇਨਸ ਜਿਹੜੀਆਂ ਉਹਨਾਂ ਨੇ ਕੀਤੀਆਂ ਸਨ। ਕਿਆ ਇਹ ਪੋਲੀਟੀਕਲ ਹੈ ਜਾਂ ਇਹਦਾ ਕੋਈ ਹੋਰ ਕੋਈ ਇਹਨਾਂ ਦਾ ਅਲਟੀਰੀਅਰ ਮੋਟਿਵ ਹੈ, ਜਿਸ ਤਰ੍ਹਾਂ ਕਵਨੀਤ ਜੀ ਕਹਿ ਰਹੇ ਸਨ ਕਿ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ? ਤੁਹਾਡੀ ਕੀ ਓਪੀਨੀਅਨ ਹੈ ਜੀ? ਅਨਮਿਊਟ ਕਰਨਾ ਜੀ, ਅਨਮਿਊਟ ਕਰਨਾ ਪਲੀਜ਼। ਹਾਂਜੀ, ਮੈਂ ਬਸ ਇਹ ਕਹਿਣਾ ਚਾਹਾਂਗੀ ਵੀਰ ਜੀ ਕਿ ਇਹ ਜਿਹੜੀ ਹੈਗੀ ਉਹ ਇੱਕ ਖੇਡ ਨਹੀਂ ਹੈ ਜਿਹੜੀ ਨਜ਼ਰ ਆ ਰਹੀ ਹੈ, ਇਹਦੇ ਥੱਲੇ ਬਹੁਤ ਇਹਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਡੂੰਘੀਆਂ ਨੇ, ਔਰ ਇਹ ਜੜ੍ਹਾਂ ਜਿਹੜੀਆਂ ਇਹ ਬਹੁਤ ਪੁਰਾਣੀਆਂ ਜਾਣਗੀਆਂ। ਕੋਈ ਇਹ ਅੱਜ ਦਾ ਵੈਰ ਨਹੀਂ ਹੈਗਾ, ਇਹਨੂੰ 5 ਸਦੀਆਂ ਦਾ ਵੈਰ ਕਹਿੰਦੇ ਆ ਸਿੱਖ ਆਪਣੀ ਬੋਲੀ 'ਚ। ਉਹ ਇਹ ਹੈਗਾ ਕਿ ਅਸੀਂ ਜਦੋਂ ਦੀ ਸਾਡੀ ਕੌਮ ਹੋਂਦ ਵਿੱਚ ਆਈ ਹੈ ਉਦੋਂ ਦੇ ਸਾਰੇ ਮਸਲੇ ਚੱਲ ਰਹੇ ਨੇ ਕਿ ਇਹਨਾਂ ਨੂੰ ਖਤਮ ਕਰਨਾ ਹੈ। ਗੱਲ ਕੀ ਹੈਗੀ ਹੈ ਕਿ ਇਹ ਜਿਹੜਾ ਹੁਣ ਬੀਜੇਪੀ ਨੇ ਤਾਂਡਵ ਕੀਤਾ ਹੈਗਾ ਸਿੱਧਾ ਹੀ, ਇਹ ਕਾਂਗਰਸ ਵੀ ਕਰ ਚੁੱਕੀ ਹੈ, ਦੂਜੇ ਜਿਹੜੇ ਧੜੇ ਹੈਗੇ ਨੇ ਜਿਹਨੂੰ ਅਸੀਂ ਕਹਿ ਲੋ ਵੀ ਅਕਾਲੀ ਦਲ ਕਹਿ ਲੋ, ਜਿਹੜੇ ਹੁਣ ਅਸੀਂ ਉਹਨੂੰ ਖਾਲੀ ਦਲ ਹੀ ਕਹਿੰਦੇ ਆ, ਤੇ ਜਾਂ ਕੋਈ ਝਾੜੂ ਵਾਲੇ ਨੇ ਆਪ ਵਾਲੇ, ਜਾਂ ਹੁਣ ਕਾਂਗਰਸ ਹੈ, ਉਹ ਕਦੇ ਵੀ ਮਿੱਤ ਨਹੀਂ ਹੁੰਦੇ ਜਿਹੜੇ ਲੋਕ ਹੱਕਾਂ ਦੀ ਗੱਲ ਕਰਦੇ ਆ। ਤੇ ਪੰਜਾਬ ਦੇ ਹਿੱਸੇ ਹਮੇਸ਼ਾ ਹੀ ਆਇਆ, ਬੇਸ਼ੱਕ ਉਹ ਵੈਸਟ ਪੰਜਾਬ ਹੋਵੇ ਜਾਂ ਈਸਟ ਪੰਜਾਬ ਹੋਵੇ, ਉਹ ਆਪਣੇ ਹੱਕਾਂ ਦੀ ਗੱਲ ਹਮੇਸ਼ਾ ਤੋਂ ਕਰਦਾ ਆਇਆ ਤੇ ਹਮੇਸ਼ਾ ਕਰਦਾ ਰਹੇਗਾ। ਉਹਦੇ ਲਈ ਸਾਨੂੰ ਬਹੁਤ ਮਾਣ ਹੈ ਆਪਣੇ ਵੀਰਾਂ ਤੇ, ਆਪਣੇ ਭੈਣਾਂ ਤੇ, ਕਿਉਂਕਿ ਇਹ ਲੋਕ ਜਿਹੜੇ ਵੀ ਪੋਲੀਟੀਸ਼ੀਅਨ ਨੇ ਅੱਜ ਕੱਲ ਦੇ, ਤਾਂ ਸਾਨੂੰ ਪਤਾ ਵੀਰ ਜੀ ਹੋਣੀ ਤੁਹਾਨੂੰ ਬੜੀ ਡਿਟੇਲਸ ਦੱਸ ਚੁੱਕੇ ਹੈ ਕਿ ਇਹ ਤਾਂ ਸਿਰਫ ਮੋਹਰੇ ਨੇ, ਇਹਨਾਂ ਦੇ ਪਿੱਛੇ ਕਾਰਪੋਰੇਟ ਹਾਊਸਿਸ ਹੈਗੇ ਆ। ਜਿਹੜਾ ਕਾਰਪੋਰੇਟ ਹਾਊਸ ਹੁੰਦਾ ਹੈ ਉਹ ਕਦੇ ਵੀ ਆਮ ਬੰਦੇ ਦੀ ਜਿਹੜੀ ਹੈਗੀ ਹੈ ਸਿਹਤ, ਕਹਿਣਾ ਚਾਹੀਦਾ ਵੈਲ ਬੀਇੰਗ, ਉਹਦੇ ਬਾਰੇ ਉਹ ਕਦੀ ਵੀ ਨਹੀਂ ਸੋਚ ਸਕਦਾ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਖੁਦਗਰਜ਼ ਤੇ ਖੁਦਸਰ ਹੁੰਦਾ। ਉਹਨੂੰ ਸਿਰਫ ਇਹੀ ਪਤਾ, ਉਹਨੂੰ ਸਿਰਫ ਇਹੀ ਚਾਹੀਦਾ ਕਿ ਮੇਰਾ ਜਿਹੜਾ ਹੈਗਾ ਪ੍ਰੋਫਿਟ ਜਾਂ ਮੇਰਾ ਮੁਨਾਫਾ ਜਿਹੜਾ ਹੈ ਉਹ ਕਿਹੜੀਆਂ ਚੀਜ਼ਾਂ ਨਾਲ ਹੋਏਗਾ, ਤਾਂ ਕਰਕੇ ਉਹ ਫਿਰ ਹਰ ਚੀਜ਼ ਨੂੰ ਹੜਪਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਬੀਜੇਪੀ ਸਰਕਾਰ ਜਿਹੜੀ ਹੈ, ਇਹਦੇ ਜਿਹੜੇ ਆਗੂ ਨੇ ਜਿਹੜੇ ਮੇਨ, ਉਹ ਸਾਰੇ ਹੀ ਕਾਰਪੋਰੇਟ ਘਰਾਣਿਆਂ ਦੇ ਕਰਿੰਦੇ ਹੈਗੇ ਆ। ਉਹਨਾਂ ਦੇ ਪਿੱਛੇ ਉਹਨਾਂ ਦਾ ਹੀ ਜਿਹੜਾ ਸਾਰਾ ਦਾਰੋਮਦਾਰ ਚੱਲਦਾ ਹੈ। ਉਹਨਾਂ ਨੇ ਦੇਖੋ ਨੋਟਬੰਦੀ ਕਰਕੇ, ਉਹਨਾਂ ਨੇ GST ਲਾ ਕੇ, ਹੁਣ 370 ਕਸ਼ਮੀਰ ਨੂੰ ਤਬਾਹ ਕਰਕੇ ਉਹਨਾਂ ਨੂੰ ਲੱਗਾ ਅੱਛਾ ਅਜੇ ਅਸੀਂ ਇੱਕ ਜਣੇ ਨੂੰ ਤਬਾਹ ਨਹੀਂ ਕਰ ਪਾਏ, ਉਹ ਹੈਗਾ ਕਿਸਾਨ, ਚਾਹੇ ਉਹ ਵੱਡਾ ਜਾਂ ਛੋਟਾ। ਤੇ ਉਹ ਮਤਲਬ ਕਰੋਨਾ ਵੀ, ਹੁਣੇ ਕੋਵਿਡ ਚੱਲਦਾ ਰਿਹਾ, ਬੁਰਾ ਹਾਲ ਰਿਹਾ, ਲੋਕਾਂ ਨੇ ਲੰਗਰ ਲਾ ਲਾ ਕੇ ਸਭ ਨੂੰ ਰੋਟੀ ਖਵਾਈ ਹੈ ਔਰ ਕਿਸਾਨ ਆਪਣੇ ਖੇਤਾਂ ਵਿੱਚ ਜਾਂਦੇ ਰਹੇ। ਉਹਨਾਂ ਨੇ ਕੋਵਿਡ ਦੇ ਦੌਰਾਨ ਹੀ ਇਹ ਵਾਲੇ ਜਿਹੜੇ ਹੈਗੇ ਆ ਕਾਨੂੰਨ ਕਾਲੇ, ਇਹ ਫਟਾਫਟ ਲਿਆਂਦੇ ਔਰ ਰਾਤੋਂ ਰਾਤ ਉਸ ਜਿਹੜਾ ਸਾਡਾ ਸੋ ਕਾਲ ਇੱਕ ਸਟੈਂਪ ਰਾਸ਼ਟਰਪਤੀ ਹੈ ਉਹਦੇ ਕੋਲੋਂ ਉਹਨਾਂ ਨੇ ਸਾਈਨ ਕਰਵਾ ਲਏ, ਕਿਉਂਕਿ ਉਹ ਤੇ ਉਹਨਾਂ ਦਾ ਬਿਲਕੁਲ ਹੱਥਬੰਦ ਗੁਲਾਮ ਹੈ, ਉਹ ਜਿਵੇਂ ਕਹਿਣਗੇ ਉਹਨੇ ਉਦਾਂ ਹੀ ਕਰਨਾ ਹੈ। ਉਹ ਇਸ ਤਰ੍ਹਾਂ ਹੀ ਕਰਦੇ ਨੇ, ਤੁਸੀਂ ਭਾਰਤ ਦਾ ਅਗਰ ਇਤਿਹਾਸ ਦੇਖੋ ਤੇ ਇਹੀ ਕਰਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਨਾਲ ਸ਼ੁਰੂ ਤੋਂ ਹੁੰਦੀਆਂ ਆਈਆਂ ਨੇ। ਮੈਂ ਥੋੜੀਆਂ ਜਿਹੀਆਂ ਹੋਰ ਤੁਹਾਨੂੰ 2-4 ਜਿਹੜੀਆਂ ਉਹਦੀਆਂ ਮਿਸਾਲਾਂ ਦੇ ਦੇਵਾਂ। ਉਹ ਇਹ ਹੈ, ਇੱਕ ਤੇ ਪਹਿਲਾਂ ਜਦੋਂ ਇਹਨਾਂ ਨੇ ਵੱਢਿਆ ਸੀ ਪੰਜਾਬ, ਸਭ ਤੋਂ ਪਹਿਲਾਂ ਜਦੋਂ ਅਨੈਕਸ ਕੀਤਾ ਸੀ 1849 ਦੇ ਵਿੱਚ ਪੰਜਾਬ ਦੀ ਹੋਂਦ ਹਸਤੀ ਖਤਮ ਕਰਨ ਲਈ, ਉਦੋਂ ਸਿਰਫ ਉਹ ਸਿੱਖਾਂ ਦੀ ਗੱਲ ਨਹੀਂ ਸੀ, ਨਾ ਮੁਸਲਮਾਨਾਂ ਦੀ ਗੱਲ ਸੀ। ਉਹ ਸਾਡਾ ਜਿਹੜਾ ਪੰਜਾਬ ਦੇਸ਼ ਹੈ ਉਹਦੇ ਵਿੱਚ ਜਿਹੜਾ ਪੰਜਾਬੀ ਭਾਈਚਾਰਾ ਸੀ ਉਹ ਬੜੇ ਹੀ ਪਿਆਰ ਮੁਹੱਬਤ ਦੇ ਨਾਲ ਇੱਕ ਦੂਜੇ ਨਾਲ ਰਹਿੰਦੇ ਸੀਗੇ। ਕੋਈ ਵੀ ਕਿਸੇ ਦਾ ਨਾਲ ਝਗੜਾ ਨਹੀਂ ਸੀ, ਸਾਰਿਆਂ ਦਾ ਜਿਹੜਾ ਹੈਗਾ ਜ਼ਮੀਰ ਜਾਗਦਾ ਸੀ, ਉਹ ਇੱਕ ਦੂਜੇ ਦੇ ਨਾਲ ਹੋ ਕੇ ਚੱਲਦੇ ਸਨ, ਉਹ ਵੈਰੀਆਂ ਨੂੰ ਭੱਜਣਾ ਪਾਉਂਦੇ ਸਨ। ਉਹਨਾਂ ਨੇ ਪਾਈਆਂ ਵੀ ਸੀ, ਦੇਖੋ ਪੰਜਾਬ ਹੀ ਬੈਟਲਫੀਲਡ ਹੁੰਦਾ ਸੀ, ਜਦੋਂ ਬਾਹਰੋਂ ਹਮਲਾਵਰ ਆਉਂਦੇ ਸੀ ਪੰਜਾਬੀ ਉਹਨਾਂ ਦਾ ਮੁਕਾਬਲਾ ਕਰਦੇ ਸੀ, ਉਦੋਂ ਉਹਨਾਂ ਦੀ ਕੋਈ ਧਰਮ ਜ਼ਾਤ ਨਹੀਂ ਸੀ ਪੁੱਛਦਾ। ਸੋ ਜਦੋਂ ਉਦੋਂ ਅਨੈਕਸ ਕੀਤਾ ਉਦੋਂ ਵੀ ਇਹ ਡੋਗਰੇ ਹੀ ਸੀਗੇ, ਉਹਨਾਂ ਵਿੱਚ ਡੋਗਰਿਆਂ ਦਾ ਤੇ ਗੁੱਜਰਾਂ ਦਾ ਨਾਂ ਆਂਦਾ, ਜਿਹੜਾ ਯੂਪੀ ਦੇ ਵਿੱਚ ਹੈਗਾ ਇੱਕ ਪਿੰਡ ਹੈਗਾ ਈਕੜੀ, ਉੱਥੋਂ ਦੇ ਸੀ ਉਹ ਤੇਜਾ ਸਿੰਘ ਹੁਣੀ, ਤੇ ਆ ਜਿਹੜਾ ਹੈਗਾ ਹਰੀ ਸਿੰਘ ਹੁਣੀ, ਗੁਲਾਬ ਸਿੰਘ ਹੁਣੀ, ਇਹ ਇੱਧਰ ਦੇ ਸੀ, ਜੰਮੂ ਡੋਗਰੇ ਸੀਗੇ। ਇਹਨਾਂ ਨੇ ਪੰਜਾਬ ਨੂੰ ਉਦੋਂ ਅਨੈਕਸ ਕਰਵਾਇਆ ਸੀ, ਗੋਰਿਆਂ ਦੇ ਹੱਥ ਵੇਚਿਆ ਸੀ, ਚੋਰੀਆਂ ਕੀਤੀਆਂ ਸਨ। ਫਿਰ ਇਹਨਾਂ ਨੇ ਉਦੋਂ ਤੋਂ ਵੀ ਬਾਜ਼ ਨਹੀਂ ਆਏ, ਕਿਉਂਕਿ ਜਦੋਂ ਪੰਜਾਬ ਦੀ ਜਿਹੜੀ ਮੁਹਿੰਮ ਚੱਲੀ ਹੈ ਫਰੀडम ਦੀ, ਉਹ ਗਦਰੀ ਬਾਬਿਆਂ ਨੇ ਕੈਲੀਫੋਰਨੀਆ ਤੋਂ ਚਲਾਈ ਸੀ। ਉਹ ਕੋਈ ਕਾਮਰੇਡ ਕੁਝ ਨਹੀਂ ਸੀ, ਉਹਨਾਂ ਨੇ ਪੰਜਾਬ ਨੂੰ ਆਜ਼ਾਦ ਕਰਾਉਣਾ ਸੀ। ਜਦੋਂ ਉਹ ਚੱਲੀ ਹੈ ਤੇ ਫਿਰ ਇਹ ਗਾਂਧੀ ਹੁਣਾਂ ਨੇ ਕਬਜ਼ਾ ਲਿਆ ਸਾਰਾ ਜੀ, ਇਹ ਤੇ ਇੰਡੀਆ ਦੀ ਇੰਡੀਪੈਂਡੈਂਸ ਤੇ ਉਧਰ ਪਾਕਿਸਤਾਨ ਬਣਾਤਾ। ਉਹ ਵੀ ਬਹੁਤ ਵੱਡਾ ਜ਼ੁਲਮ ਕੀਤਾ, ਕਿਉਂਕਿ ਪੰਜਾਬ ਨੂੰ ਵਿਚਕਾਰੋਂ ਵੱਢਿਆ, ਜਿਹਦੇ ਵਿੱਚ ਕਿ ਕੋਈ ਵੀ ਮਤਲਬ ਸਿੱਖ ਤਾਂ ਕਦੇ ਵੀ ਮੈਜੋਰਿਟੀ ਚ ਉੱਥੇ ਨਹੀਂ ਸੀਗੇ, ਉਹਦੇ ਔਰ ਓਨਲੀ 13%, ਤੇ ਸਾਡੇ ਮੁਸਲਿਮ ਵੀਰ ਜਿਹੜੇ ਉਹ 65% ਸੀ। ਪਰ ਉਹਨਾਂ ਨੂੰ ਪਤਾ ਸੀ ਜੇ ਪੰਜਾਬ ਮਜ਼ਬੂਤ ਰਹਿ ਗਿਆ ਤੇ ਇਹ ਰਾਜ ਨਹੀਂ ਕਰ ਸਕਦੇ।
ਜਿਹੜੇ ਅੱਜ ਰਾਜ ਕਰ ਰਹੇ ਨੇ। ਇਹਨਾਂ ਨੇ ਫਿਰ ਪੰਜਾਬ ਨੂੰ ਵਿਚਕਾਰੋਂ ਵੱਢਿਆ ਤੇ ਉਹ ਦਿਨ ਸਾਡੇ ਲਈ ਅੱਜ ਵੀ ਕਾਲਾ ਦਿਨ ਹੈ, ਕਿਉਂਕਿ ਮੇਰੇ ਦਾਦਕੇ ਵੀ ਸਾਰੇ ਨਨਕਾਣਾ ਸਾਹਿਬ ਵੱਲੋਂ ਆਏ ਸਨ। ਮੇਰੇ ਫਾਦਰ ਫਿਰ ਅੱਗੇ ਪੜ੍ਹਨ ਨਹੀਂ ਜਾ ਸਕੇ, ਇੰਗਲੈਂਡ ਨਹੀਂ ਜਾ ਸਕੇ। ਬੜਾ ਤਸ਼ੱਦਦ, ਬੜਾ ਜ਼ੁਲਮ, 10 ਲੱਖ ਲੋਕ ਮਰ ਗਏ। ਇਦਾਂ ਸਾਡੇ ਮੁਸਲਿਮ ਭੈਣ ਭਰਾਵਾਂ ਦੇ ਨਾਲ ਵੀ ਸੇਮ ਚੀਜ਼ਾਂ ਹੋਈਆਂ, ਜਿਹੜਾ ਕਿ ਉਹਨਾਂ ਨੇ ਜ਼ਬਰਦਸਤੀ ਕੀਤਾ। ਉਦੋਂ ਤੋਂ ਫਿਰ ਉੱਥੇ ਲੜਾਈ ਸ਼ੁਰੂ ਕਰੀ ਰੱਖਦੇ ਨੇ, ਉਸ ਬਾਰਡਰ ਨੂੰ ਸਰਗਰਮ ਰੱਖਦੇ ਨੇ, ਉਸ ਬਾਰਡਰ ਨੂੰ ਬਦਨਾਮ ਕਰਦੇ ਨੇ। ਕਦੀ ਪਾਕਿਸਤਾਨ ਦੇ ਪਿੱਛੇ ਪੈ ਗਏ, ਕਦੀ ਪੰਜਾਬ ਦੇ ਪੈ ਗਏ, ਕਦੀ ਆਤੰਕਵਾਦੀ ਕਹਿ ਦਿੱਤਾ। ਹੁਣ ਪਾਣੀ ਸਾਰਾ ਦੇਖੋ, ਜਿਹੜਾ ਸਭ ਤੋਂ ਵੱਡਾ ਮਸਲਾ ਹੈ ਉੱਥੇ ਅੱਜ, ਉਹ ਪਾਣੀ ਦਾ ਹੈ। ਪੰਜਾਬ ਦਾ ਪਾਣੀ, ਮੈਨੂੰ ਵੈਸਟ ਪੰਜਾਬ ਦਾ ਤੇ ਨਹੀਂ ਪਤਾ ਉਸ ਪਾਸੇ ਕੀ ਚੱਲ ਰਿਹਾ, ਪਰ ਇੱਧਰ ਜਿਹੜੀਆਂ ਸਾਡੀਆਂ ਨਦੀਆਂ ਨੇ ਉਹਨਾਂ ਦਾ ਸਾਰਾ ਪਾਣੀ ਮੋੜ ਕੇ ਇਹ ਰਾਜਸਥਾਨ ਤੇ ਦਿੱਲੀ ਲੈ ਕੇ ਗਏ ਨੇ, ਜਿਹਦਾ ਇੱਕ ਵੀ ਪੈਸਾ ਪੰਜਾਬ ਨੂੰ ਕਦੇ ਵੀ ਨਹੀਂ ਮਿਲਿਆ। ਤੇ ਬਾਕੀ ਇਹਨਾਂ ਨੇ ਇੱਕ ਗ੍ਰੀਨ ਰੈਵੋਲੂਸ਼ਨ ਸ਼ੁਰੂ ਕਰਾ ਦਿੱਤਾ ਜ਼ਬਰਦਸਤੀ। ਜਦੋਂ 66 ਦੇ ਵਿੱਚ ਦੇਸ਼ ਕੋਲ ਰੋਟੀ ਨਹੀਂ ਹੈਗੀ, ਯੂਪੀ ਬਿਹਾਰ 'ਚ ਲੋਕੀ ਭੁੱਖੇ ਮਰ ਰਹੇ ਨੇ, ਕਿ ਤੁਸੀਂ ਸਾਰਾ ਅਨਾਜ ਉਗਾਓ, ਇੱਥੇ ਧਰਤੀ ਜ਼ਰਖੇਜ਼ ਹੈ, ਇੱਥੇ ਤੁਸੀਂ ਉਗਾ ਸਕਦੇ ਹੋ। ਇਹਨੇ ਫਿਰ ਇੰਦਰਾ ਨੇ ਉਦੋਂ ਸਾਰੀਆਂ ਨਹਿਰਾਂ ਬੰਦ ਕੀਤੀਆਂ ਸੀ ਤੇ ਪਾਣੀ, ਜ਼ਮੀਨ ਦਾ ਜਿਹੜਾ ਥੱਲੇ ਪਾਣੀ ਹੈ ਉਹਨੂੰ ਬਰਬਾਦ ਕੀਤਾ। ਕਣਕ ਤੇ ਝੋਨਾ ਲਗਵਾ ਕੇ, ਚੌਲ ਤੇ, ਮਤਲਬ ਪੰਜਾਬ ਤੇ ਚੌਲ ਖਾਂਦਾ ਹੀ ਨਹੀਂ। ਇਹਨੇ ਕਦੀ ਕਦਾਰ ਆਪਾਂ ਸਾਰੇ ਖਾ ਲੈਂਦੇ ਹਾਂ, ਮਹੀਨੇ 'ਚ ਇੱਕ ਵਾਰੀ, ਹਫ਼ਤੇ 'ਚ ਇੱਕ ਵਾਰੀ। ਇਹਨਾਂ ਨੇ ਝੋਨੇ ਦੇ ਨਾਲ ਉਹ ਸਾਰੀ ਫਸਲ, ਜਿਹੜੀ ਸਾਰੀ ਜ਼ਮੀਨ ਜਿਹੜੀ ਹੈ ਉਹਦੀ ਬਰਬਾਦੀ ਕੀਤੀ ਹੈ ਜਾਣ ਬੁੱਝ ਕੇ। ਹੁਣ ਉਹਦਾ ਸਾਰਾ ਐਗਰੀਕਲਚਰ ਮਾਡਲ ਖਰਾਬ ਕਰਕੇ, ਲੋਕਾਂ ਦੀਆਂ ਖੁਦਕੁਸ਼ੀਆਂ ਕਰਵਾ ਕੇ, ਤੇ ਇੱਕ ਉਹਨੂੰ ਕਹਿੰਦੇ ਨੇ ਐਕਸੋਡਸ, ਮਤਲਬ ਇਮੀਗ੍ਰੇਸ਼ਨ ਇੰਨੀ ਜਿਹੜੀ ਜ਼ਬਰਦਸਤ ਹੋਈ ਹੈ ਪੰਜਾਬ 'ਚ, ਉਹ ਇਸੇ ਦਾ ਨਤੀਜਾ ਹੈ। ਕਿਉਂਕਿ ਤੁਹਾਨੂੰ ਪਤਾ ਹੀ, ਅਸੀਂ ਭਾਵੇਂ ਉਸ ਪੰਜਾਬ 'ਚ ਹੋਈਏ ਜਾਂ ਇਸ ਪੰਜਾਬ 'ਚ, ਪੰਜਾਬੀਆਂ ਨੂੰ ਸੋਹਣਾ ਖਾਣਾ, ਸੋਹਣਾ ਰਹਿਣਾ, ਸੋਹਣੇ ਕੱਪੜੇ ਪਾਉਣੇ, ਸੋਹਣੀ ਤਰ੍ਹਾਂ ਉੱਚੀ ਆਨ ਸ਼ਾਨ ਬਾਨ ਨਾਲ ਰਹਿਣਾ ਉਹ ਪਸੰਦ ਕਰਦੇ। ਜ਼ਿੰਦਾ ਦਿਲ ਲੋਕ ਨੇ, ਜ਼ਿੰਦਗੀ ਨੂੰ ਜਿਉਂਦੇ ਨੇ, ਦੂਜਿਆਂ ਨਾਲ ਵੰਡ ਕੇ ਖਾਂਦੇ ਨੇ, ਮੁਹੱਬਤਾਂ ਵੰਡਦੇ ਨੇ, ਹਾਸੇ ਵੰਡਦੇ ਨੇ। ਇਹ ਉਹਨਾਂ ਚੀਜ਼ਾਂ ਨੂੰ ਤੋੜਨਾ ਚਾਹੁੰਦੇ, ਜਿਹੜੀ ਸਾਡੀ ਮੜਕ ਹੈ ਉਹਨੂੰ ਤੋੜ ਕੇ ਬਰਬਾਦ ਕਰਨਾ ਚਾਹੁੰਦੇ ਨੇ, ਜਿਹਦੇ ਤੱਕ ਇਹ ਕਦੀ ਸਫਲ ਨਹੀਂ ਹੋਣਗੇ। ਇਹ ਚੱਲਦੇ ਰਹਿਣਗੇ ਇਨਕਲਾਬ ਇਸੇ ਤਰ੍ਹਾਂ, ਜਦ ਤੱਕ ਪੰਜਾਬ ਨੂੰ ਹੱਕ ਨਾ ਮਿਲੇ। ਤੇ ਹੁਣ ਜਿਹੜਾ ਚੱਲ ਰਿਹਾ ਹੈਗਾ, ਹੁਣ ਤੇ ਇਹ ਲੋਕਾਂ ਦੇ ਗਰਦਨ ਤੱਕ ਇਹਨਾਂ ਦੇ ਹੱਥ ਪਹੁੰਚ ਗਏ, ਧੌਣ ਨੂੰ ਹੀ ਪਾ ਲਿਆ, ਮਤਲਬ ਹੱਥ ਵੀ ਤੁਹਾਡੇ ਥੱਲੋਂ, ਜਿਹੜੀ ਤੁਹਾਡੇ ਪੈਰਾਂ ਥੱਲੇ ਜ਼ਮੀਨ ਹੈ ਉਹੀ ਨਹੀਂ ਰਹਿਣ ਦੇਣੀ, ਉਹੀ ਤੁਹਾਡੀ ਖੋਹ ਲੈਣੀ ਹੈ, ਤੇ ਤੁਸੀਂ ਰੋਟੀ ਬੁਰਕੀ ਨੂੰ ਮੁਤਾਜ ਹੋ ਗਏ। ਪਰ ਸ਼ੁਕਰ ਹੈ, ਅਸੀਂ ਸਾਰੇ ਵਾਹਿਗੁਰੂ ਦਾ ਲੱਖਾਂ ਸ਼ੁਕਰਾਨਾ ਕਰਦੇ ਹਾਂ ਕਿ ਸਾਡੇ ਵੀਰ, ਭੈਣ, ਭਰਾ, ਬਜ਼ੁਰਗ, ਬੱਚੇ ਸਾਰੇ ਜਾਣੇ ਘਰਾਂ ਚੋਂ, ਪਿੰਡਾਂ ਚੋਂ ਉੱਠ ਕੇ ਚਲੇ ਗਏ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਬੱਚੇ ਆ। ਦੇਖੋ, ਸਾਡਾ ਦਿਲ ਉੱਥੇ ਹੀ ਹੈ, ਸਾਡੀ ਰੂਹ ਵੀ ਉੱਥੇ ਹੀ ਹੈ, ਬੇਸ਼ੱਕ ਸਾਡੇ ਸਰੀਰ ਦੂਰ ਨੇ। ਸੋ ਉਹ ਸਾਰੇ ਗਏ ਨੇ ਤੇ ਬੜੇ ਹੀ ਤਹੱਮਲ ਦੇ ਨਾਲ, ਬੜੇ ਧੀਰਜ ਦੇ ਨਾਲ ਉੱਥੇ ਬੈਠੇ, ਜਾ ਕੇ ਦਿੱਲੀ ਨੂੰ ਘੇਰਾ ਪਾ ਕੇ, ਤੇ ਹੋਪਫੁਲੀ ਉਹਨਾਂ ਨੇ ਆਪਣਾ ਰਾਹ ਨਹੀਂ ਛੱਡਣਾ ਜਦ ਤੱਕ ਇਹ ਹੱਕ ਨਹੀਂ ਮਿਲੇ। ਚਲੋ, ਮੈਂ ਕਿਰਪਾਲ ਜੀ, ਸਰਦਾਰ ਜੀ, ਤੁਸੀਂ ਜ਼ਰਾ ਮੈਨੂੰ ਦੱਸੋ ਕਿ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਪਾਣੀ ਦਾ ਮਸਲਾ ਹੈ, ਜ਼ਮੀਨ ਦਾ, ਅਗਰ ਜ਼ਮੀਨ ਵੀ ਚਲੀ ਗਈ, ਪਾਣੀ ਵੀ ਚਲਾ ਗਿਆ, ਬਾਕੀ ਰਹਿ ਕੀ ਪੰਜਾਬ ਕੋਲ ਜਾਏਗਾ? ਔਰ ਇਹ ਜਿਹੜਾ ਪੰਜਾਬੀਅਤ ਦੇ ਉੱਤੇ ਅਟੈਕ ਤੁਸੀਂ ਸਮਝ ਰਹੇ ਹੋ ਕਿ ਪੰਜਾਬੀਅਤ ਦੇ ਉੱਤੇ ਇੰਨਾ ਵੱਡਾ ਅਟੈਕ ਜਿਹੜਾ ਹੈ ਆ ਰਿਹਾ ਹੈ, ਇਹਦਾ ਕੀ ਬਣੇਗਾ? ਔਰ ਖਾਸ ਤੌਰ ਤੇ ਇਹ ਦੱਸੋ ਕਿ ਇਹਦਾ ਹੁਣ ਐਂਡ ਕੀ ਹੋਣਾ ਹੈ, ਇਹਦਾ ਸੋਲੂਸ਼ਨ ਕੀ ਹੈਗਾ? ਇਧਰ ਅਨਮਿਊਟ ਕਰ ਦਿਓ, ਅਨਮਿਊਟ ਕਰ ਦਿਓ ਜੀ। ਹਾਂਜੀ, ਪਲੀਜ਼। ਇਹ ਜਿਹੜਾ ਜੀ ਹੁਣ ਇਸ ਵੇਲੇ ਤੇ ਜਿਹੜੀ ਸਿਚੁਏਸ਼ਨ ਤੁਹਾਨੂੰ ਪਤਾ ਹੀ ਆ ਕਿ ਆਪਾਂ ਜਿਹੜਾ ਵੱਡਾ ਕੌਜ਼ ਦੇਖ ਲਿਆ ਕਿ ਉਹ ਪੰਜਾਬ ਨੂੰ ਜਿਸ ਤਰ੍ਹਾਂ ਇਹ ਖੁਸ਼ ਤੇ ਰਾਜੀ ਖੁਸ਼ੀ ਸੂਬਾ ਨਹੀਂ ਦੇਖਣਾ ਚਾਹੁੰਦੇ, ਤੇ ਉਹਦੇ ਕਰਕੇ ਇਹ ਜਿੰਨਾ ਵੀ ਇਹਨਾਂ ਨੂੰ ਖਰਾਬ ਕਰਨ ਦੇ ਜਿੰਨੇ ਵੀ ਬਹਾਨੇ ਬਣ ਸਕਦੇ ਆ ਬਣਾ ਰਹੇ। ਤੇ ਇਹ ਜਿਹੜਾ ਹੁਣ ਇਸ ਵੇਲੇ ਬੰਦੇ ਇੱਥੋਂ ਗਏ ਵੀ ਆ ਪ੍ਰੋਟੈਸਟ ਕਰਨ ਨੂੰ ਦਿੱਲੀ ਨੂੰ, ਉਹਨਾਂ ਦੇ ਰਾਹ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਆਬਸਟੀਕਲਸ ਉਹਨਾਂ ਨੇ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ। ਹਰਿਆਣਾ ਜਿਹੜਾ ਅੱਗੇ ਅੱਧਾ ਪੰਜਾਬ ਸੀਗਾ, ਹਾਲੇ ਵੀ ਅਸੀਂ ਉਹਨੂੰ ਪੰਜਾਬ ਹੀ ਕਹਿੰਦੇ ਹਾਂ, ਹਰਿਆਣਾ ਪੰਜਾਬ ਹੈ, ਤੇ ਉੱਥੇ ਦਾ ਜਿਹੜਾ ਇਸ ਵੇਲੇ ਹੈਗਾ ਨਾ ਜੀ ਚੀਫ ਮਿਨਿਸਟਰ, ਉਹ ਹੈ ਖੱਟੜ। ਤੇ ਉਹ ਇੱਥੇ ਦੇ ਜਿਹੜੇ ਆਪਣੇ ਪੰਜਾਬ ਦੇ ਬੰਦਿਆਂ ਨੂੰ ਇੱਦਾਂ ਦੇਖਿਆ ਜਿੱਦਾਂ ਪਤਾ ਨਹੀਂ ਕਿਤੇ ਕਿਸੇ ਦੁਸ਼ਮਣ ਕੰਟਰੀ ਚੋਂ ਆ ਰਿਹਾ। ਉਹਨਾਂ ਨੇ ਇਹਨਾਂ ਨੂੰ ਰੋਕਣ ਲਈ ਹਰ ਇੱਕ ਥਾਂ ਦੇ ਉੱਤੇ ਸੜਕਾਂ ਪੱਟੀਆਂ ਤੇ ਰਾਹ ਰੋਕੇ, ਕੰਡੇ ਖਿਲਾਰੇ। ਮੁੱਖ ਦੀ ਗੱਲ ਕਿ ਜਿੰਨੀਆਂ ਵੀ ਤੁਸੀਂ ਰੋਡ ਦੇ ਉੱਤੇ ਕੋਈ ਮੂਵਮੈਂਟ ਹੁੰਦੀ ਆ, ਉਹਨੂੰ ਰੋਕਣ ਲਈ ਜੋ ਵੀ ਤੁਸੀਂ ਕਰ ਸਕਦੇ ਆ ਨਾ, ਉਹਨਾਂ ਨੇ ਕੀਤਾ। ਈਵਨ ਟੂ ਦੀ ਐਕਸਟੈਂਟ ਕਿ ਜਿਹੜੇ ਇਹ ਸਾਰੇ ਬੰਦੇ ਉੱਥੇ ਨੂੰ ਗਏ ਆ, ਇਹਨਾਂ ਨੇ, ਇਹ ਫਾਰਮਰ ਹੈਗੇ ਆ, ਇਹਨਾਂ ਨੇ ਸਾਰੀਆਂ ਆਬਸਟਕਲਸ ਜਿਹੜੀਆਂ ਉਹ ਕਲੀਅਰ ਕਰਕੇ ਤੇ ਇਹ ਦਿੱਲੀ ਦੇ ਲਾਗੇ ਜਿਹੜਾ ਪਹੁੰਚੇ, ਤਾਂ ਉਹਨਾਂ ਨੇ ਹਾਈਵੇ ਜਿਹੜਾ ਇੰਦਰਾ ਗਾਂਧੀ ਏਅਰਪੋਰਟ ਨੂੰ ਜਾਂਦਾ ਆ, ਉਹ ਸਾਰਾ ਪ੍ਰੋਜੈਕਟ, ਪਰ ਉਹ ਸਟਾਪ ਨਹੀਂ ਕਰ ਸਕੇ
ਸੋ ਹੁਣ ਇਸ ਵੇਲੇ ਇਹ ਸਾਰੇ ਜਿਹੜੇ ਮਾਰਚ ਜਿਹੜੇ ਹੈਗੇ ਆ ਉਹਨਾਂ ਨੇ ਦਿੱਲੀ ਦੇ ਵਿੱਚ ਗਏ ਵਾ, ਹੁਣ ਉੱਥੇ ਉਹਨਾਂ ਨੇ ਚਲਾਕੀਆਂ ਖੇਲਣ ਡਿਆ ਵਾ। ਚਲਾਕੀਆਂ ਖੇਲਦੇ ਕਰਦੇ ਕੀ ਕਰਦੇ ਆ, ਕਦੇ ਤੁਹਾਨੂੰ ਔਸ ਗਰਾਊਂਡ ਦੇ ਵਿੱਚ ਰੱਖਦੇ ਨੇ, ਕਦੇ ਔਸ ਗਰਾਊਂਡ 'ਚ ਰੱਖਦੇ ਨੇ, ਤੇ ਇਹ ਕਹਿ ਕੇ ਗਏ ਵਾ ਵੀ ਅਸੀਂ ਧੌਣ ਦੇ ਉੱਤੇ ਗੋਡਾ ਰੱਖਣਾ। ਤੁਹਾਨੂੰ ਤੁਸੀਂ ਸਮਝਦੇ ਹੋ ਵੀ ਪੰਜਾਬੀ ਧੌਣ ਦੇ ਉੱਤੇ ਗੋਡਾ ਰੱਖਣਾ ਕੀ ਹੁੰਦਾ। ਸੋ ਇਹ ਆਬਜੈਕਟਿਵ ਲੈ ਕੇ ਗਏ ਵਾ, ਤੇ ਸਲੋਗਨ ਹੈਗਾ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ। ਸੋ ਇਹਦੇ ਥੱਲੇ ਹੁਣ ਉਹ ਜਿਹੜੀਆਂ ਉਹਨਾਂ ਦੀਆਂ ਚਲਾਕੀਆਂ ਹੈ, ਇੱਧਰ ਹੁਣ ਜਿਹੜਾ ਲੀਡਰਸ਼ਿਪ ਹੈਗੀ ਆ, ਈਵਨ ਯੂਥ ਦੀ ਲੀਡਰਸ਼ਿਪ ਤੇ ਸਿਆਣਿਆਂ ਦੀ ਲੀਡਰਸ਼ਿਪ ਬਹੁਤ ਅੰਡਰਸਟੈਂਡਿੰਗ ਵਾਲੀ ਹੈ, ਉਹ ਉਹਨਾਂ ਦੀਆਂ ਗੱਲਾਂ 'ਚ ਆ ਨਹੀਂ ਰਹੇ। ਸੋ ਹੁਣ ਇਹ ਦੇਖਦੇ ਹਾਂ ਕਿ ਉੱਥੋਂ ਇਹ ਕਹਾਣੀ ਕਿੱਦਾਂ ਹੁੰਦੀ ਹੈ। ਹੁਣ ਜਿੱਥੇ ਤਾਈਂ ਸੋਲਿਊਸ਼ਨ ਦੀ ਗੱਲ ਹੈ, ਸੋਲਿਊਸ਼ਨ ਦੀ ਇਸ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਪੰਜਾਬ ਦੇ ਕੋਲ ਕੋਈ ਚੋਇਸ ਨਹੀਂ ਐਕਸੈਪਟਿੰਗ ਕਿ ਜਿੰਨੇ ਜਿਹੜੇ ਨਵੇਂ ਰੂਲ ਬਣਾਏ ਆ ਨਾ ਚਲਾਕੀਆਂ ਕਰਨ ਲਈ, ਦੇ ਹੈਵ ਟੂ ਬੀ ਟੇਕਨ ਅਵੇ। ਹੋਰ ਕੋਈ ਮਤਲਬ ਇਹ ਨਹੀਂ ਹੈਗਾ ਜੀ ਵੀ ਇੱਥੇ ਟਿੰਕਰਿੰਗ ਕਰ ਲਓ ਜਾਂ ਉੱਥੇ ਮਾੜੀ ਜਿਹੀ ਦੀ ਟਿੰਕਰਿੰਗ ਕਰ ਲਓ। ਇਹ ਜਿਹੜੀ ਆ ਜਿਹੜੀ ਕਿਸਾਨ ਮੂਵਮੈਂਟਸ ਹੈਗੀਆਂ, ਕਿਸਾਨ ਇਹ ਇਸ ਵੇਲੇ 30-31 ਕਿਸਾਨ ਯੂਨੀਅਨਸ ਜਿਹੜੀਆਂ ਇਕੱਠੀਆਂ ਹੋਈਆਂ, ਉਹ ਸਾਰੇ ਫੈਸਲਾ ਬੜੇ ਸਮਝ ਕੇ ਇਕੱਠੇ ਹੋ ਕੇ ਕਰਦੇ ਆ, ਤੇ ਉਹਨਾਂ ਦੇ ਕੋਈ ਵੀ ਇਸ ਗੱਲ ਤੇ ਕਿਰਪਾਲ ਜੀ ਘੜੀ ਦਾ ਯੀਲਡ ਕਰਨ ਵਾਲਾ ਕੋਈ ਗੱਲ ਕਰ ਰਹੇ ਹੋ, ਲੇਕਿਨ ਕਿਰਪਾਲ ਜੀ ਜਿਹੜੀਆਂ ਉਹਨਾਂ ਦੇ ਬਾਰੇ ਵੀ ਜਿਹੜਾ ਇੱਕ ਗੱਲ ਕਰ ਰਹੇ ਹੋ ਨਾ ਪੈਦਾ ਹੋਇਆ ਨਾ ਉੱਥੇ, ਉਹਨਾਂ ਦੇ ਬਾਰੇ ਵੀ ਜਿਹੜਾ ਉਹਨਾਂ ਦੇ ਹਾਈ ਕੋਰਟ ਪੈਦਾ ਹੋਇਆ ਨਾ ਉੱਥੇ, ਉਹਨਾਂ ਨੇ ਕਿਹਾ ਜੀ ਕਿ ਇਹ ਲੋਕ ਕ੍ਰਿਮੀਨਲਸ ਨੇ। ਹਾਂਜੀ, ਉੱਥੇ ਉਹਨਾਂ ਨੇ ਕਿਹਾ ਜੀ ਕਿ ਇਹ ਲੋਕ ਕ੍ਰਿਮੀਨਲਸ ਨੇ। ਹਾਂਜੀ, ਉਹ ਤਾਂ ਜੀ ਦੇਖੋ, ਉਹ ਤਾਂ ਪੰਜਾਬੀਆਂ ਨੂੰ ਤਾਂ ਉਹਨਾਂ ਦਾ ਕੰਮ ਹੀ ਹੈਗਾ ਵੀ ਕਿਸੇ ਨੂੰ ਕ੍ਰਿਮੀਨਲ ਕਹਿ ਦੇਣਾ, ਕਿਸੇ ਨੂੰ ਕਹਿ ਦੇਣਾ ਜੀ ਪਾਕਿਸਤਾਨ ਦੇ ਏਜੰਟ ਆ ਜੀ, ਇਹ ਆ ਉਹ ਆ, ਇਹ ਖਾਲਿਸਤਾਨੀ ਆ, ਇਹ ਖਾਲਿਸਤਾਨ ਮੰਗਦੇ ਆ, ਦਿਸ ਐਂਡ ਦੈਟ। ਪਰ ਜੇ ਤੁਸੀਂ ਮੈਨੂੰ ਇਹ ਪੁੱਛੋ ਕਿ ਜੇ ਇਹ ਜਿਹੜੀ ਓਵਰਆਲ ਸਿਚੁਏਸ਼ਨ ਇਸ ਵੇਲੇ ਹੈਗੀ ਆ, ਇਹਦੇ ਨਾਲ ਉਹਨਾਂ ਨੇ ਸਿੱਖਾਂ ਨੂੰ ਹਿੰਦੁਸਤਾਨ ਦੇ ਨਾਲ ਕੰਫਰਟੇਬਲ ਹੋਣ ਲਈ, ਦੇਖੋ ਸਿੱਖਸ ਇਸ ਵੇਲੇ ਇੰਡੀਆ 'ਚ ਜਿਹੜੇ ਰਹਿੰਦੇ ਆ ਅਸੀਂ ਕੰਫਰਟੇਬਲ ਸੀਗੇ ਉੱਥੇ, ਪਰ ਜਿਹੜੇ ਆਹ ਸਿਚੁਏਸ਼ਨ ਅੱਜ ਵਾਲੀ ਆ ਉਹਨਾਂ ਅਨਕੰਫਰਟੇਬਲ ਕਰ ਦਿੱਤਾ। ਹੁਣ ਕੱਲ ਨੂੰ ਹੋ ਸਕਦਾ ਕਿ ਜੋ ਕੁਛ ਇਹ ਕਰ ਰਿਹਾ ਹੈ, ਖਾਸ ਕਰ ਜਿੱਦਾਂ ਨੇ ਖੱਟਰ ਨੇ ਕੀਤਾ ਕੰਮ, ਤੇ ਖਾਸ ਕਰ ਜੋ ਹੁਣ ਦਿੱਲੀ 'ਚ ਕਰ ਰਿਹਾ ਹੈ, ਇਹ ਕੋਈ ਬੜੀ ਗੱਲ ਨਹੀਂ ਕਿ ਕੱਲ ਨੂੰ ਉਹ ਸਿੱਖ ਜਿਹੜੇ ਆ ਆਪਣੇ ਆਪ ਨੂੰ ਹਿੰਦੁਸਤਾਨੀ ਸਮਝ ਰਹੇ ਨੇ। ਅੱਛਾ, ਫਿਰ ਇਹ ਕੋਸ਼ਿਸ਼ ਕਰਨਗੇ ਜੀ ਵੀ ਅਸੀਂ ਇੱਥੇ ਜੀ ਖਾਲਿਸਤਾਨ ਵਾਲੇ ਬੋਲਣ ਲੱਗ ਪਿਆ, ਅਸੀਂ ਇਹਦੇ ਗੋਲੀਆਂ ਮਾਰ ਦਿਆਂਗੇ, ਉਹਦੇ ਗੋਲੀਆਂ ਮਾਰ ਦਿਆਂਗੇ। ਬੇਸਿਕਲੀ ਦੇ ਵਿਲ ਟਰਾਈ ਟੂ ਕ੍ਰੀਏਟ ਕੇਆਸ, ਤੇ ਮਹਾਰਾਜ ਕਿਰਪਾ ਕਰਨ ਇਦਾਂ ਦੀ ਗੱਲ ਨਾ ਹੋਵੇ, ਪਰ ਜਿਹੜਾ ਫਿਊਚਰ ਹੈ ਇਹ ਇਸ ਤਰ੍ਹਾਂ ਦਾ ਦਿਸ ਰਿਹਾ। ਸੋ ਜਿੱਥੇ ਤੱਕ ਤੁਸੀਂ ਤੁਹਾਡੀ ਸੋਲਿਊਸ਼ਨ ਦਾ ਪੁੱਛਿਆ, ਸੋਲਿਊਸ਼ਨ ਵਾਸਤੇ ਇੱਕ ਤਾਂ ਪੰਜਾਬ ਨੂੰ ਇਸ ਵੇਲੇ ਟੋਟਲੀ, ਜੇ ਮੇਰੀ ਵੈਲਿਊਏਸ਼ਨ ਪੁੱਛੋ, ਇਹਨਾਂ ਨੂੰ ਸੈਲਫ ਸਫੀਸ਼ੀਐਂਟ ਹੋਣ ਦੀ ਲੋੜ ਆ ਹਰ ਚੀਜ਼ ਦੇ ਉੱਤੇ, ਤਾਂ ਕਿ ਇਹ ਕੱਲ ਨੂੰ ਇਹਨਾਂ ਦੀਆਂ ਇਦਾਂ ਦੀਆਂ ਜਿਹੜੀਆਂ ਚਲਾਕੀਆਂ ਨਾ ਉਹਦੇ ਤੇ ਡਿਪੈਂਡ ਸੈਲਫ ਸਫੀਸ਼ੀਐਂਟ ਕਿਸ ਤਰ੍ਹਾਂ ਹੋਣਗੇ, ਉਹਨੂੰ ਸੈਲਫ ਸਫੀਸ਼ੀਐਂਟ ਕਿਸ ਤਰ੍ਹਾਂ ਹੋਣਗੇ। ਅੱਛਾ ਜੀ, ਉਹ ਇਸ ਤਰ੍ਹਾਂ ਹੋ ਸਕਦਾ ਜੀ ਕਿ ਇਸ ਸਾਰੀ ਪ੍ਰੋਸੈਸ ਨੂੰ ਜੇ ਅਸੀਂ ਦੇਖੀਏ, ਉਹ ਹੈਗਾ ਕਿ ਫਾਰਮਰ ਦੀ ਵੀਕਨੈਸ ਜਿਹੜੀ ਹੈਗੀ ਆ ਕਿ ਉਹ ਇੰਨਾ ਛੋਟਾ ਆ ਕਿ ਉਹਦੇ ਕੋਲ ਆਪਣੀ ਸਟੋਰੇਜ ਹੈ ਨਹੀਂ। ਇਹ ਸਰਦਾਰ ਨਵਜੋਤ ਸਿੱਧੂ ਹੋਣਾ ਨੇ ਇਹ ਸੁਜੈਸਟ ਕੀਤੀ ਆ ਚੀਜ਼, ਔਰ ਬੜੀ ਪ੍ਰੈਕਟੀਕਲ ਹੈ। ਉਹ ਕਹਿੰਦੇ ਜੀ ਹਰ ਇੱਕ 5 ਪਿੰਡਾਂ ਦਾ ਇਹ ਕੋਲਡ ਸਟੋਰੇਜ ਹੋਵੇ, ਜਿਹੜਾ ਕਿ ਬੜੀ ਈਜ਼ੀਲੀ ਬਿਲਡ ਕੀਤਾ ਜਾ ਸਕਦਾ, ਔਰ ਉਹਦੇ ਵਿੱਚ ਆਪਣੀ ਉਹ ਪ੍ਰੋਡਿਊਸ ਰੱਖਣ, ਤੇ ਫਾਰਮਰ ਜਿਸ ਵੇਲੇ ਜੀ ਕਰਦਾ ਵੇਚਣ, ਤਾਂ ਕਿ ਜਿਸ ਵੇਲੇ ਉਹਨੂੰ ਪ੍ਰੋਪਰ ਪ੍ਰਾਈਸ ਮਿਲਦੀ ਹੋਵੇ ਉਸ ਵੇਲੇ ਉਹ ਵੇਚਣ, ਰਾਦਰ ਦੈਨ ਕਿ ਉਹਨੂੰ ਡੰਪ ਕਰਨ ਮਾਰਕੀਟ ਦੇ ਵਿੱਚ। ਇਹਦੇ ਨਾਲ ਫਾਰਮਰ ਦੀ ਵੀ ਪ੍ਰੋਬਲਮ ਸੋਲਵ ਹੁੰਦੀ ਹੈ। ਦੂਸਰਾ, ਜਿਹੜੀ ਪ੍ਰੋਡਿਊਸ ਤੁਸੀਂ ਕਰਦੇ ਆ ਉਹਦਾ ਵੀ ਗੜਬੜ ਨਹੀਂ ਹੁੰਦੀ, ਤੇ ਉਹਦੇ ਨਾਲ ਸਟੇਬਿਲਿਟੀ ਆ ਸਕਦੀ ਹੈ। ਅੱਛਾ, ਹੁਣ ਇਹ ਕਦੋਂ ਇਦਾਂ ਦਾ ਆਈਡੀਆ ਇੰਪਲੀਮੈਂਟ ਹੁੰਦਾ, ਜਾਂ ਇੰਪਲੀਮੈਂਟ ਹੋਣ ਦਿੰਦੇ ਆ ਜਾਂ ਨਹੀਂ ਹੁੰਦੇ, ਉਹਦੇ ਰਾਹ ਦੇ ਵਿੱਚ ਕਿਹੜੇ ਰੋੜੇ ਅਟਕਾਏ ਜਾਂਦੇ ਆ, ਜਾਂ ਕਿਸ ਤਰ੍ਹਾਂ ਦਾ ਨਖਰੇਬਾਜ਼ੀ ਕੀਤੀ ਜਾਂਦੀ ਆ, ਆਈ ਥਿੰਕ ਦੈਟ ਇਜ਼ ਟੂ ਬੀ ਸੀਨ। ਤੇ ਜਿੱਥੇ ਤੱਕ ਹੈਗਾ ਬਾਕੀ ਇੰਡੀਆ, ਇਹਨਾਂ ਨੂੰ ਸਾਰਿਆਂ ਨੂੰ ਫਿਰ ਜੇ ਸਿੱਖਾਂ ਨੂੰ ਨਾਲ ਰੱਖਣਾ ਹੈ ਜਾਂ ਪੰਜਾਬ ਨੂੰ ਨਾਲ ਰੱਖਣਾ ਹੈ, ਤਾਂ ਪੰਜਾਬੀਆਂ ਨੂੰ ਇਹ ਉਹਨਾਂ ਨੂੰ ਫੀਲ ਕਰਾਉਣਾ ਪਊਗਾ ਕਿ ਇਹ ਭਾਈ ਅਸੀਂ ਇਸ ਕੰਟਰੀ ਦੇ ਵਸਿੰਦੇ ਹੀ ਹਾਂ, ਅਸੀਂ ਕੋਈ ਏਲੀਅਨ ਨਹੀਂ ਹੈਗੇ। ਤੇ ਲੇਕਿਨ ਸਰਦਾਰ ਜੀ ਗੱਲ ਕੀਤੀ ਹੈ, ਪਾਕਿਸਤਾਨ ਦਾ ਜਿਹੜਾ ਪੰਜਾਬ ਨੇ, ਹਾਂਜੀ, ਤੇ ਤੁਹਾਡਾ ਈਸਟਰਨ ਪੰਜਾਬ, ਇਹ ਮਿਲ ਕੇ ਆਪਸ ਵਿੱਚ ਟ੍ਰੇਡ ਕਰ ਲੈਣ ਤੇ ਉਹਦੀ ਸਫੀਸ਼ੀਐਂਟ ਹੋ ਜਾਊਗੀ। ਬਿਲਕੁਲ ਜੀ, ਬਿਲਕੁਲ। ਇਹ ਵੀ ਇੱਕ ਗੱਲ ਹੈਗੀ ਆ ਕਿ ਜਿਹੜਾ ਆਪਣਾ ਬਾਰਡਰ ਹੈ, ਵਾਘਾ ਬਾਰਡਰ ਵਗੈਰਾ, ਇਹਦੇ ਥਰੂ ਫ੍ਰੀ ਟ੍ਰੇਡ ਹੋਣਾ ਚਾਹੀਦਾ। ਬੇਸਿਕਲੀ ਕੱਲ ਨੂੰ ਜੇ ਅਸੀਂ, ਜਿੱਦਾਂ ਸਾਡਾ ਅਮਰੀਕਾ ਦਾ ਕੈਨੇਡਾ ਦਾ ਬਾਰਡਰ ਹੈ ਨਾ ਜੀ, ਅਗਰ ਉਸ ਤਰ੍ਹਾਂ ਦਾ ਬਾਰਡਰ ਹੋ ਜਾਂਦਾ ਬਿਟਵੀਨ
ਪਾਕਿਸਤਾਨ ਤੇ ਪੰਜਾਬ, ਤੇ ਇਹਦੇ ਨਾਲ ਗੱਲ ਸੈਟਲ ਹੋ ਸਕਦੀ ਹੈ, ਕਿਉਂਕਿ ਉਹਦੇ ਨਾਲ ਹੈਗਾ ਕਿ ਫ੍ਰੀ ਟ੍ਰੇਡ ਹੋ ਜਾਂਦਾ। ਇੱਧਰ ਵੀ ਪੰਜਾਬੀ ਭਰਾ ਆ, ਉਧਰ ਵੀ ਪੰਜਾਬੀ ਭਰਾ ਆ, ਭਰਾ ਤਾਂ ਭਰਾ ਹੈ ਹੀ ਗਈ ਹੈ। ਉਹ ਜਿਹੜੇ ਇੱਕ ਦੂਸਰੇ ਨਾਲ ਗੱਲਬਾਤ ਕਰਨਗੇ, ਬੜੀ ਫੇਅਰ ਟ੍ਰੇਡਿੰਗ ਹੋਊਗੀ। ਨਾਟ ਓਨਲੀ ਦੈਟ, ਇਹਦੇ ਨਾਲ ਤੁਹਾਡੇ ਨੂੰ ਅਫਗਾਨਿਸਤਾਨ ਵੱਲ ਨੂੰ, ਇੱਧਰ ਨੂੰ ਉਜ਼ਬੇਕਿਸਤਾਨ ਵੱਲ ਨੂੰ, ਇੱਧਰ ਨੂੰ ਸਾਰੇ ਪਾਸਿਆਂ ਨੂੰ ਪੂਰਾ ਸੈਂਟਰਲ ਏਸ਼ੀਆ ਜਿਹੜਾ ਓਪਨ ਅਪ ਹੋ ਜਾਂਦਾ। ਤੇ ਨਾਟ ਓਨਲੀ ਦੈਟ ਕਿ ਪੰਜਾਬ ਦੀਆਂ ਚੀਜ਼ਾਂ ਥਰੂ ਕਰਾਚੀ ਮੂਵ ਕਰ ਸਕਦੀ, ਈਸਟ ਪੰਜਾਬ ਦੀਆਂ ਚੀਜ਼ਾਂ ਉਹ ਥਰੂ ਕਰਾਚੀ ਵੀ ਮੂਵ ਕਰ ਸਕਦੀ, ਕਿਉਂਕਿ ਐਸੇ ਜੇ ਬੰਬੇ ਓਵਰਲੋਡਡ ਹੈ ਜਾਂ ਹੋਰ ਪਾਸੇ ਓਵਰਲੋਡਡ ਹੈ, ਜਿਹੜੀਆਂ ਚੀਜ਼ਾਂ ਇੱਧਰ ਨੂੰ ਜਾਣ ਵਾਲੀਆਂ ਜਾ ਸਕਦੀਆਂ। ਗੱਲ ਤਾਂ ਹੈਗਾ ਕਿ ਜਿਸ ਵੇਲੇ ਤੁਸੀਂ ਇਕਨੋਮਿਕ ਸਟੇਬਿਲਿਟੀ ਲਿਆ ਸਕੋ ਉਸ ਏਰੀਆ ਦੇ ਵਿੱਚ, ਉਸ ਏਰੀਏ ਨੂੰ ਆਪਣੇ ਨਾਲ ਦਾ ਫੀਲ ਕਰਵਾ ਸਕੋ। ਇਹ ਤਾਂ ਜੋ ਇਸ ਵੇਲੇ ਮੋਦੀ ਤਾਂ ਇਹ ਖੱਟੜ ਹੋਣੀ ਕਰ ਰਿਹਾ ਆ, ਇਹਨੂੰ ਨਿਗੇਟ ਕਰਨ ਨੂੰ ਕਾਫੀ ਟਾਈਮ ਲੱਗੂਗਾ। ਜਿਹੜੇ ਸੈਂਟੀਮੈਂਟਸ ਇਸ ਵੇਲੇ ਉੱਥੇ ਚੱਲ ਰਿਹਾ ਨਾ, ਜਦੋਂ ਵੀ ਅਸੀਂ ਦੇਖਦੇ ਹਾਂ, ਤੇ ਜਿਹੜੇ ਇਹ ਸਟਰੋਂਗਰ ਔਰ ਸੈਂਟੀਮੈਂਟਸ ਜਿਹੜੇ ਉੱਥੇ ਪ੍ਰੋਟੈਸਟਰਸ ਗਏ ਹੋ ਆ, ਉਹਨਾਂ ਦੀ ਜਿਹੜੀ ਸਟਰੈਂਥ ਹੈ, ਇਟ ਇਜ਼ ਇਨਕਰੀਜ਼ਿੰਗ ਬਾਈ ਦਾ ਡੇ। ਤੇ ਹੁਣ ਇਹ ਕਿੰਨੇ ਕੁ ਅਕਲਮੰਦ ਆ ਦਿੱਲੀ ਵਾਲੇ, ਤੇ ਜਾਂ ਕਿੰਨੇ ਕੁ ਬੇਵਕੂਫ ਹੈ, ਆਈ ਥਿੰਕ ਟਾਈਮ ਦੱਸੂ। ਪਰ ਮੈਂ ਜਰਾ ਕਮਨੀਤ ਜੀ ਨਾਲ ਗੱਲ ਕਰੀ, ਜਰਾ ਆਪਣੇ ਆਪ ਨੂੰ ਮਿਊਟ ਕਰਨਾ ਜੀ। ਅੱਜ ਮੈਂ ਕਰਾਂ। ਅੱਛਾ ਜੀ, ਕਮਨੀਤ ਜੀ ਬੜੀ ਜ਼ਬਰਦਸਤ ਗੱਲ ਕੀਤੀ ਹੈ ਕਿਰਪਾਲ ਜੀ ਨੇ, ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਿਚੁਏਸ਼ਨ ਆ ਗਈ ਹੈ ਕਿ ਅਸੀਂ ਹੁਣ ਹਿੰਦੁਸਤਾਨੀ ਕਹਿਲਵਾਨ ਦੇ ਉੱਤੇ ਕੰਫਰਟੇਬਲ ਫੀਲ ਨਹੀਂ ਕਰ ਰਹੇ, ਇੰਨਾ ਕੁ ਤੰਗ ਕਰ ਦਿੱਤਾ ਗਿਆ। ਸਾਡੀ ਭੈਣ ਨੇ ਵੀ ਪਹਿਲਾਂ ਕਿਹਾ, ਜਸਵੀਰ ਸਾਹਿਬ ਨੇ, ਕਿ ਬਹੁਤ ਜ਼ਿਆਦਾ ਹਾਲਾਤ ਪੰਜਾਬੀਅਤ ਦੇ ਉੱਤੇ ਅਟੈਕ ਆ ਰਿਹਾ ਹੈ, ਔਰ ਪੰਜਾਬੀਅਤ ਦੇ ਉੱਤੇ ਕੀ ਇਹ ਪੂਰੀ ਹਿਸਟਰੀ ਜਿਹੜੀ ਹੈ ਉਹਨੂੰ ਅਨਡੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਇਹ ਜ਼ਰਾ ਦੱਸੋ ਕਿ ਸੋਲੂਸ਼ਨ ਇੱਕ ਨੰਬਰ ਇੱਕ ਕੀ ਹੈਗਾ, ਔਰ ਦੂਸਰਾ ਜਿਸ ਤਰ੍ਹਾਂ ਸਰਦਾਰ ਜੀ ਨੇ ਕਿਹਾ ਕਿ ਅਗਰ ਪਾਕਿਸਤਾਨ ਦਾ ਬਾਰਡਰ ਜਿਹੜਾ ਹੈ ਉਹ ਅਗਰ ਖੁੱਲ ਜਾਏ ਤੇ ਪਾਕਿਸਤਾਨ ਦੇ ਦੋਨੋਂ ਪੰਜਾਬ ਜਿਹੜੇ ਨੇ, ਈਸਟਰਨ ਪੰਜਾਬ, ਵੈਸਟਰਨ ਪੰਜਾਬ, ਦੋਨੋਂ ਮਿਲ ਕੇ ਟ੍ਰੇਡ ਕਰ ਸਕਦੇ ਨੇ। ਉਹਦੇ ਪੂਰੇ ਇੰਡੀਆ ਨੂੰ ਵੀ ਫਾਇਦਾ ਹੋ ਸਕਦਾ ਹੈ, ਪਾਕਿਸਤਾਨ ਨੂੰ ਵੀ ਫਾਇਦਾ ਹੋ ਸਕਦਾ ਹੈ। ਇਹ ਕਿੰਨਾ ਵਾਇਬਲ ਆਪਸ਼ਨ ਹੈ ਜੀ? ਤੁਹਾਡੇ ਜੀ ਸਾਰੇ ਸਵਾਲ ਬੜੇ ਐਕਚੁਅਲੀ ਬੜੇ ਬ੍ਰੌਡ ਨੇ, ਸੋ ਇਹਦੀ ਆਪਣੇ ਨਾਲ ਟਾਈਮ ਨਹੀਂ ਆਇਆ ਪੂਰਾ ਐਕਸਪਲੇਨ ਕਰਨ ਨੂੰ, ਬਟ ਬਿਲਕੁਲ ਸਹੀ ਨੇ। ਦ ਬ੍ਰੌਡਰ ਸੈਂਸ ਇਜ਼ ਕਿ ਜਿਹੜੇ ਸੈਂਟਰਲ ਗਵਰਨਮੈਂਟ ਹੈ ਅਕਸਰ ਤੇ ਸਿਆਣੇ ਨੇ, ਉਹਨਾਂ ਨੂੰ ਸਮਝ ਹੈਗੀ ਹੈ ਕਿ ਪੰਜਾਬੀ ਕੌਣ ਨੇ, ਉਹਦੇ ਵਿੱਚ ਪੰਜਾਬ ਦੀ ਜਿਹੜੀ ਸਪਿਰਿਟ ਕਿਹੋ ਜਿਹੀ ਹੈ, ਭਾਵੇਂ ਉਹ ਸਿੱਖ ਹੋਣ, ਹਿੰਦੂ ਹੋਣ, ਮੁਸਲਮਾਨ, ਜੈਨ, ਜਿਹੜੇ ਵੀ ਵਗੈਰਾ ਵਗੈਰਾ ਉਹਦੇ 'ਚ ਹੈਗੇ ਨੇ, ਕਿਉਂਕਿ ਉਹਦੀ ਜਿਹੜੀ ਸਪਿਰਿਟ ਇਜ਼ ਵੈਰੀ ਡਿਫਰੈਂਟ ਦੈਨ ਦ ਰੈਸਟ ਆਫ ਦ ਕੰਟਰੀ, ਤੇ ਉਹ ਕੁਛ ਹੱਦ ਤੱਕ ਸਮਝ ਆਉਂਦੀ ਹੈ ਉਹਨਾਂ ਨੂੰ। ਬਟ ਜਿਹੜਾ ਸਬਰ ਹੈਗਾ ਪੰਜਾਬੀਆਂ ਦਾ, ਉਹਦਾ ਉਹਨਾਂ ਨੂੰ ਬਹੁਤਾ ਇਲਮ ਨਹੀਂ ਹੈਗਾ ਕਿ ਬਹੁਤ ਸਬਰ ਵਾਲੇ ਨੇ। ਉਹਨੂੰ ਪੋਰਟਰੇ ਕੀਤਾ ਗਿਆ ਫॉर ਮਿਲੇਨੀਆ ਕਿ ਇਹ ਬੜੇ ਵਾਇਲੈਂਟ ਨੇ, ਗੁੱਸੇ ਵਾਲੇ ਨੇ। ਆ ਤੁਸੀਂ ਹੁਣ ਵੇਖੋ ਕਿ ਕਰੀਬ 120 ਲੱਖ ਇਸ ਵੇਲੇ ਕਿਸਾਨ ਸੜਕਾਂ ਤੇ ਨੇ, ਤੇ ਉਹਨਾਂ ਦੇ ਵਿੱਚੋਂ 10 ਤੋਂ 20 ਲੱਖ ਕਿਸਾਨ ਜਿਹੜੇ ਨੇ ਇਕੱਲੇ ਪੰਜਾਬ ਤੋਂ ਤੁਰੇ ਹੋਏ ਨੇ ਤੇ ਹਰਿਆਣੇ ਤੋਂ ਤੁਰੇ ਹੋਏ ਨੇ। ਹੁਣ ਤੁਸੀਂ ਵੇਖੋ ਸਾਰੇ ਹੱਟੇ ਘੱਟੇ ਨੇ, ਸੜਕਾਂ ਉਹਨਾਂ ਨੇ ਜਿਹੜੇ ਪੱਟੀਆਂ ਹੋਈਆਂ ਸਾਫ਼ ਕਰਤੀਆਂ ਉਹਨਾਂ ਨੇ, ਜਿਹੜੀਆਂ ਬੁਲਡੋਜ਼ਰ ਤੋਂ ਕੰਮ ਲੈਣਾ ਸੀ ਉਹ ਹੱਥਾਂ ਨਾਲ ਕਰਤਾ ਉਹਨਾਂ ਨੇ। ਇੱਕ ਵੀ ਵਾਇਲੈਂਸ ਦਾ ਇਵੈਂਟ ਨਹੀਂ ਜੇ ਹੋਇਆ, ਤੇ ਜੋ ਹੋਇਆ ਉਹ ਸਾਡੇ ਕੋਲ ਵੀਡੀਓਜ਼ ਪਈਆਂ ਹੋਈਆਂ ਨੇ, ਜਿੱਥੇ ਪੁਲਿਸ ਨੇ ਆਪਣੇ ਬੰਦੇ ਛੱਡ ਕੇ, ਗੋਲੇ ਛੱਡ ਕੇ, ਟੀਅਰ ਗੈਸ ਤੇ ਪੰਚਰ ਕਰ ਰਹੇ ਨੇ ਜਿੰਨੇ ਟਾਇਰ ਵਗੈਰਾ ਹੈਗੇ ਨੇ ਟਰੈਕਟਰਾਂ ਦੇ, ਤਾਂ ਕਿ ਉਹ ਗਾਹ ਨਾ ਤੁਰ ਸਕਣ। ਮਤਲਬ ਆਪ ਹੀ ਮਿਲੀ ਭੁਗਤ ਕਰਕੇ ਹੇਰਾ ਫੇਰੀਆਂ ਕਰ ਰਹੇ ਨੇ। ਇੰਨਾ ਸਬਰ ਬੰਦਿਆਂ 'ਚ ਹੋਣਾ 2 ਮਹੀਨੇ ਤੱਕ ਚੱਲ ਰਿਹਾ ਹੈ, ਇਜ਼ ਜਸਟ ਅਨਬਲੀਵੇਬਲ। ਹਾਲੀ ਕਿ ਦੁਨੀਆ ਪੂਰੇ ਨੂੰ ਪਤਾ ਨਹੀਂ ਲੱਗ ਰਿਹਾ। ਰਹੀ ਗੱਲ ਸੋਲੂਸ਼ਨਾਂ ਦੀ, ਸੋਲੂਸ਼ਨ ਗਵਰਨਮੈਂਟ ਕੋਲ ਸਾਰੇ ਹੈਗੇ ਨੇ, ਉਹ ਬਾਈ ਡਿਜ਼ਾਈਨ। ਫॉर ਐਗਜ਼ਾਮਪਲ ਪਿਛਲੇ 15 ਤੋਂ 25 ਸਾਲ ਦੇ ਵਿੱਚ ਡਰੱਗਸ ਦਾ ਬਹੁਤ ਤਕੜਾ ਮੈਨਸ ਰਿਹਾ ਹੈ ਪੰਜਾਬ ਦੇ ਵਿੱਚ। ਸਾਰੇ ਕਹਾਣੀਆਂ ਜਿਹੜੀਆਂ ਗਵਰਨਮੈਂਟ ਵੱਲੋਂ ਆਈਆਂ ਨੇ, ਤੇ ਜਿਹੜੀ ਨੈਸ਼ਨਲ ਮੀਡੀਆ ਜਿਹੜੀ ਗਵਰਨਮੈਂਟ ਕੰਟਰੋਲ ਕਰਦੀ ਹੈ ਇਨ ਮੈਨੀ ਵੇਜ਼, ਉਹਦੇ ਵਿੱਚ ਉਹ ਜੀ ਪੰਜਾਬ ਦੇ ਜਿਹੜੇ ਪੰਜਾਬੀ ਨੇ ਉਹ ਡਰੱਗਸ ਬੜਾ ਨਸ਼ਾ ਕਰ ਰਹੇ ਨੇ, ਅਫਗਾਨਿਸਤਾਨ ਤੋਂ ਆ ਰਿਹਾ, ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਇਲੈਕਟ੍ਰੀਫਾਈਡ ਫੈਂਸ ਹੈ ਕਿ ਇੱਕ ਮੱਖੀ ਤੇ ਮੱਛਰ ਨਹੀਂ ਲੰਘ ਸਕਦਾ ਫੈਂਸ ਥਾਣੀ, ਐਂਡ ਇਟਸ ਲਿਟ। ਤੁਹਾਨੂੰ ਸਮਾਨ ਤੋਂ ਦਿਸ ਰਿਹਾ ਤੁਹਾਨੂੰ। ਅੱਛਾ, ਬੜੀ ਅਜੀਬ ਗੱਲ ਹੈ ਕਿ ਰਾਜਸਥਾਨ ਦੇ ਬਾਰਡਰ ਤੋਂ ਲੈ ਕੇ ਗੁਜਰਾਤ ਬਾਰਡਰ ਤੱਕ ਕੋਈ ਡਰੱਗ ਦਾ ਮੈਨਸ ਨਹੀਂ ਹੋ ਰਿਹਾ, ਕੋਈ ਟੱਪ ਨਹੀਂ ਰਿਹਾ, ਕੋਈ ਮੱਖੀ ਜਾਂ ਚਿੜੀ ਨਹੀਂ ਲੰਘ ਰਹੀ। ਪੰਜਾਬ ਦੇ ਬਾਰਡਰ ਤੋਂ ਡਰੱਗਸ ਬੜੇ ਪਾਸ ਹੋ ਰਹੇ ਨੇ। ਅਸਲ ਗੱਲ ਹੈ ਜੀ, ਡਰੱਗਸ ਬਾਰਡਰ ਤੋਂ ਨਹੀਂ ਆ ਰਹੇ, ਨਾ ਪਾਕਿਸਤਾਨ ਤੋਂ ਆ ਰਹੇ ਨੇ, ਡਰੱਗਸ ਤੇ ਇੰਟਰਨਲ ਨੇ ਸਾਰੇ। ਤੇ ਜਿੰਨੀਆਂ ਫਾਰਮੇਸੀਜ਼ ਨੇ ਉਹ ਸਪਲਾਈ ਕਰ ਰਹੀਆਂ ਨੇ ਗਵਰਨਮੈਂਟ ਦੇ ਹੈਲਪ ਨਾਲ, ਤਾਂ ਕਿ ਪੰਜਾਬੀ ਦੀ ਜਿਹੜੀ ਸਪਿਰਿਟ ਹੈ, ਉਹਨਾਂ ਦੇ ਜਿਹੜੇ ਬੰਦੇ ਹਾਂਜੀ ਜਿਹੜੀ ਯੂਥ ਹੈ ਉਹਨੂੰ ਮਾਰ ਦੋ ਤਾਂ ਕਿ ਖਤਮ ਹੋ ਜਾਣ। ਹੁਣ ਸਾਰੇ ਕੰਮ ਕਰਨ ਵਾਲੇ, ਜ਼ਮੀਨਾਂ ਤੇ ਕੰਮ ਕਰਨ ਵਾਲੇ ਬੰਦੇ ਨੇ, ਜੇ ਉਹਨਾਂ ਨੂੰ ਤੁਸੀਂ ਬੰਦੇ ਨੇ ਮਾਰਤਾ, ਨਮਰਦ ਬਣਾਤਾ ਉਹਨਾਂ ਨੂੰ। ਪਾਣੀ ਪਹਿਲਾਂ ਹੀ ਖੋ ਚੁੱਕੇ ਨੇ, ਜਿਹੜਾ ਸਰ ਕਿਰਪਾਲ ਸਿੰਘ ਜੀ ਤੇ ਭੈਣ ਜੀ ਮੈਂਸ਼ਨ ਕਰ ਚੁੱਕੇ ਨੇ। ਉਹ ਪਾਣੀ ਚੋਂ ਨਿਕਲਦੀ ਹੈ ਹਾਈਡਰੋ ਇਲੈਕਟ੍ਰਿਸਿਟੀ, ਬਿਜਲੀ ਬਣਦੀ ਹੈ, ਬਿਜਲੀ ਵੀ ਖੋਲੀ। ਅੱਛਾ, ਉਤੋਂ ਜਿਹੜਾ ਜਿਹਨੂੰ ਕਹਿੰਦੇ ਨੇ ਪਾਕਿਸਤਾਨ 'ਚ ਨਹੀਂ ਹੈਗਾ, ਬਟ
ਇੰਡੀਆ 'ਚ ਹੈਗਾ what is called the land sealing act। ਲੈਂਡ ਸੀਲਿੰਗ ਐਕਟ ਥੱਲੇ ਐਵਰੇਜ ਬੰਦਾ ਜਿਹੜਾ ਹੈ ਕਿਤੇ 11 ਏਕੜ ਕਿਤੇ 17 ਏਕੜ ਤੋਂ ਵੱਧ ਲੈ ਹੀ ਨਹੀਂ ਸਕਦਾ। ਅੱਛਾ, ਜਦੋਂ 4 ਬੱਚੇ ਪੈਦਾ ਹੋ ਜਾਂਦੇ ਨੇ, ਤੁਹਾਡੇ ਇੱਕ ਬੱਚੇ ਕੋਲ 2-2 3-3 ਕਿੱਲੇ ਜ਼ਮੀਨ ਰਹਿ ਗਈ, ਤੁਸੀਂ ਨਾ ਉਹ ਤੋਂ ਰੋਟੀ ਖਾਣ ਜੋਗੇ, ਕੀ ਕਰੋਗੇ ਤੁਸੀਂ? ਹਾਂ, ਕੀ ਕਰੋਗੇ ਤੁਸੀਂ? ਵੇਚ ਕੇ। ਤੇ ਜਿੱਦਾਂ ਭੈਣ ਜੀ ਮੈਂਸ਼ਨ ਕਰ ਰਹੇ ਨੇ, ਐਕਸੀਡੈਂਸ ਹੋ ਰਿਹਾ। ਸੋ ਇਸ ਵੇਲੇ ਜਿਹੜੀ ਹੁਕੂਮਤ ਹੈ, ਆਈ ਹੋਪ ਕਿ ਸਿਆਣੇ ਉੱਥੇ ਹੋਣ, ਪਰ ਜਿਹੜੀ ਕਰੰਟ ਹੁਕੂਮਤ ਹੈ ਉਹ ਬਸ ਇੱਕੋ ਚੀਜ਼ ਤੁਲੇ ਹੋਏ ਨੇ ਵੀ ਸਾਡੇ ਤੁਸੀਂ ਨੌਕਰ ਬਣੋ ਜਾਂ ਤੁਸੀਂ ਮਰ ਮਿਟ ਜਾਓ, ਵੀ ਡੋਂਟ ਕੇਅਰ। ਤੇ ਇਹ ਗੱਲ ਹੁਣ ਆਈ ਥਿੰਕ ਜਿੰਨੇ ਪੰਜਾਬ ਦੇ ਬਸ਼ਿੰਦੇ ਜਿੰਨੇ ਨੇ ਉਹਨਾਂ ਨੂੰ ਖਾਨੇ 'ਚ ਗੱਲ ਵੜ ਗਈ ਹੈ, ਕਿਉਂਕਿ ਇਸ ਜਿਹੜੀ ਇਸ ਵੇਲੇ ਜਿਹੜਾ ਪੂਰਾ ਕਿਸਾਨ ਦਾ ਚੱਲ ਰਿਹਾ ਹੈ ਜਿਹੜੀ ਮੂਵਮੈਂਟ, ਇਹਦੇ ਵਿੱਚ ਇਕੱਲੇ ਸਿੱਖ ਨਹੀਂ ਹੈਗੇ, ਇਹਦੇ 'ਚ ਹਿੰਦੂ ਵੀ ਹੈਗੇ ਨੇ, ਮੁਸਲਮਾਨ ਨੇ, ਇਹਦੇ 'ਚ ਸਾਰੇ ਤਰ੍ਹਾਂ ਦੇ ਬਿਹਾਰੀ ਤੁਰੇ ਫਿਰਦੇ ਜਿਹੜੇ ਕੰਮ ਕਰਦੇ, ਜਿਹੜੇ ਉੱਥੇ ਬਿਹਾਰ ਤੋਂ ਆਏ ਨੇ, ਉਹ ਵੀ ਨਾਲ ਰਲੇ ਹੋਏ ਨੇ ਕਿ ਵੀ ਜੇ ਕੋਈ ਮੇਰੇ ਖਿਆਲ ਸੈਲੈਬ੍ਰਿਟੀ ਵੀ ਹੈ, ਮੈਂ ਦੀਪ ਸਿੰਘ ਦਾ ਵੀ ਦੇਖ ਰਿਹਾ, ਦੀਪ ਸਿੰਧੂ। ਬਿਲਕੁਲ ਜੀ, ਬਿਲਕੁਲ ਸੈਲੈਬ੍ਰਿਟੀ, ਉਹ ਜਿਹੜਾ ਸੈਲੈਬ੍ਰਿਟੀਜ਼ ਵਿੱਚ ਨੇ, ਜੋੜਾ 10 ਨੰਬਰੀ ਵਾਲਾ। ਬਿਲਕੁਲ। ਸੋ ਬੰਦੇ ਤਰ੍ਹਾਂ ਦੇ ਨੇ, ਪਰ 2 ਬੰਦੇ ਉਹਨਾਂ ਨੇ ਨਹੀਂ ਵਾੜਿਆ ਇਸ ਵੇਲੇ। ਇੱਕ ਤੇ ਉਹਨਾਂ ਨੇ ਸਾਰੇ ਪੋਲੀਟੀਸ਼ੀਅਨ ਨੂੰ ਦੂਰ ਰੱਖਿਆ, ਕਹਿੰਦਾ ਤੁਹਾਨੂੰ ਅਸੀਂ ਲਾਗੇ ਨਹੀਂ ਲੱਗਣ ਦੇਣਾ। ਹਾਂ, ਜੇ ਕੋਈ ਨਾਲ ਆਉਣਾ ਚਾਹੁੰਦਾ ਆਵੇ, ਮੈਂ ਬੋਲ ਨਹੀਂ ਸਕਦਾ। ਅੱਛਾ, ਦੂਜੀ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਐਕੈਡੈਮਿਕ ਸਮਝਦੇ ਨੇ, ਉਹਨਾਂ ਨੂੰ ਵੀ ਇਹਨਾਂ ਦੂਰ ਰੱਖਿਆ। ਅਕਸਰ ਵੇਖੋ ਜੀ, ਪੜ੍ਹੇ ਲਿਖੇ ਨੇ ਬੜੇ ਇਹਨਾਂ ਚੋਂ ਜਿਹੜੇ ਕਿਸਾਨ ਨੇ। ਸੋ ਉਹ ਕਹਿੰਦੇ ਅਸੀਂ ਆਪ ਸੋਚ ਸਮਝ ਕੇ 31 ਜਥੇਬੰਦੀਆਂ ਅਸੀਂ ਹੱਲ ਕੱਢਾਂਗੇ। ਤੇ ਇਸ ਵੇਲੇ ਤੇ ਉਹ ਜਿਹੜਾ ਮੇਨ ਲੈ ਕੇ ਚੱਲੇ ਨੇ ਕਿ ਵੀ ਜਿਹੜੀਆਂ 3 ਲਾਜ਼ ਆਏ ਨੇ, ਇਹਨਾਂ ਨੂੰ ਅਸੀਂ ਰੱਦ ਕਰਨਾ। ਅੱਛਾ, ਇਹ ਤੇ ਹੋ ਗਿਆ, ਬਟ ਰੱਦ ਕਰਨਾ ਜਿਹੜਾ ਮੋਟਾ ਮਸਲਾ ਪੰਜਾਬ ਦਾ, ਉਹ ਹੱਲ ਨਹੀਂ ਹੋਣਾ, ਕਿਉਂਕਿ ਇਹੀ ਜਿਹੜੀਆਂ ਗੱਲਾਂ ਸੀ ਇਨ ਅ ਸਲਾਈਟਲੀ different shape, but pretty much 90% ਇਹੀ ਮਸਾਇਲ ਸੀ in the late 70s and 80s। ਉਦੋਂ ਵੀ ਲੱਖਾਂ ਦੇ ਹਿਸਾਬ ਨਾਲ ਲੋਕੀ ਜੇਲ੍ਹਾਂ ਭਰੀਆਂ ਸੀ ਕਿ ਸਾਨੂੰ economic ਸਾਨੂੰ ਰਾਈਟਸ ਚਾਹੀਦੀਆਂ ਨੇ, ਸਾਡੀਆਂ ਵਾਟਰ ਰਾਈਟਸ ਚਾਹੀਦੀਆਂ, ਰਿਪੇਰੀਅਨ ਰਾਈਟਸ ਚਾਹੀਦੀਆਂ ਨੇ, ਬਿਜਲੀ ਦੀਆਂ, ਐਂਡ ਖੁਦ ਮੁਖਤਿਆਰੀ in some fashion, ਤਾਂ ਕਿ they can earn their own destiny, control their destiny। ਇਸ ਵੇਲੇ ਪੰਜਾਬ ਦੇ ਜਿੰਨੇ ਪੰਜਾਬੀ ਨੇ, ਹਿੰਦੂ ਹੋਏ ਸਿੱਖ ਹੋਏ, they are not able to control their destiny, because ਉਹਦੇ ਵਿੱਚ ਜਿੰਨੀ ਤੁਹਾਡੇ ਇੰਡਸਟਰੀ ਹੈ ਉਹ ਸਾਰੀ ਗੁਜਰਾਤ 'ਚ ਹੈ। ਗੁਜਰਾਤ ਦੇ ਨਾਲ ਕਰਾਚੀ ਲੱਗਦਾ ਜੀ, ਉੱਥੇ ਤੇ ਕੋਈ ਪਾਕਿਸਤਾਨ ਨਾਲ ਪ੍ਰੋਬਲਮ ਨਹੀਂ ਆਉਂਦੀ, ਬਟ ਪੰਜਾਬ ਦੇ 'ਚ ਇੰਡਸਟਰੀ ਲਾ ਦੋ ਤੇ ਕਹਿੰਦੇ ਜੀ ਉੱਥੇ ਜੀ ਪਾਕਿਸਤਾਨ ਨਾਲ ਪ੍ਰੋਬਲਮ ਹੋ ਜਾਊਗੀ। ਕਿਉਂ? ਗੁਜਰਾਤ 'ਚ ਪ੍ਰੋਬਲਮ ਨਹੀਂ ਆਉਂਦੀ, ਉੱਥੇ ਪੋਰਟ ਹੈਗਾ, ਸਾਰਾ ਬਿਜ਼ਨਸ ਚੱਲ ਰਿਹਾ। ਬਾਈ ਦ ਵੇ, ਆਈ ਥਿੰਕ ਦਿਸ ਇਜ਼ ਸਮਥਿੰਗ ਜਿਹੜਾ ਸਾਰਿਆਂ ਨੂੰ ਪਤਾ ਸ਼ਾਇਦ ਹੋਵੇ ਨਾ ਹੋਵੇ, ਇੰਡੀਆ ਦੀ ਐਕਸਪੋਰਟ ਪਿਛਲੇ ਸਾਲ $1 ਬਿਲੀਅਨ ਦੀ ਪਾਕਿਸਤਾਨ ਨੂੰ ਗਈ ਹੈ, ਪਰ ਪਾਕਿਸਤਾਨ ਵੱਲੋਂ ਜਿਹੜੀ ਐਕਸਪੋਰਟ ਆਈ ਹੈ is 66 ਮਿਲੀਅਨ ਓਨਲੀ। ਤੇ ਬੜੀ ਅਜੀਬ ਗੱਲ ਹੈ। ਤੇ ਇੰਡੀਆ ਸਾਨੂੰ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਵੀ ਪਾਕਿਸਤਾਨ ਦੁਸ਼ਮਣ ਹੈ, ਜੇ ਦੁਸ਼ਮਣ ਹੈ ਟ੍ਰੇਡ ਬੰਦ ਕਰੋ। ਜੇ ਟ੍ਰੇਡ ਚੱਲ ਰਿਹਾ ਹੈ, ਇਹਦਾ ਮਤਲਬ ਕਿ ਨਾਨ ਸਿੱਖ ਜਿਹੜੇ ਹੈਗੇ ਨੇ, ਹਿੰਦੂ ਸਾਰੇ ਪ੍ਰਾਇਮਰਲੀ, ਉਹ ਤੇ ਬੜਾ ਸੋਹਣਾ ਟ੍ਰੇਡ ਕਰ ਰਹੇ ਨੇ ਪਾਕਿਸਤਾਨ ਦੇ ਨਾਲ। ਤੇ ਪੰਜਾਬ ਦੇ ਬਸ਼ਿੰਦੇ ਨੇ ਵਿਚਾਰੇ ਜਿਹੜੇ ਭੁੱਖੇ ਮਰਨ ਡਏ ਨੇ, ਉਹ ਕਿਉਂ ਨਹੀਂ ਟ੍ਰੇਡ ਕਰ ਸਕਦੇ? ਤੁਸੀਂ ਟ੍ਰੇਡ ਅਲਾਓ ਕਰੋ, ਜਿੱਦਾਂ ਕਿਰਪਾਲ ਸਿੰਘ ਜੀ ਕਹਿ ਰਹੇ ਨੇ, ਤਾਂ ਕਿ ਇੱਕ ਤੇ ਪੀਸ ਹੋਊਗੀ, ਇੱਕ ਇੰਡੀਆ ਲਈ ਮੋਸਟ ਸਿਕਿਉਰ, ਦੂਜਾ ਬਰਾਦਰੀ ਵਧੂਗੀ। ਜੇ ਇਕਨੋਮੀ ਚੰਗੀ ਹੋਊਗੀ ਤਾਂ ਆਪੇ ਦੋਨੋਂ ਪਾਸੇ ਸ਼ਾਂਤੀ ਹੋਊਗੀ। ਜਿੰਨੀ ਸ਼ਾਂਤੀ ਹੋਊਗੀ, ਅਮਲ ਸ਼ਾਂਤੀ ਇਜ਼ ਗੁੱਡ ਫॉर ਐਵਰੀਬਾਡੀ। ਤੇ ਇਹ ਕਰਨ ਵਾਸਤੇ ਤੁਸੀਂ ਜਿਹੜੇ ਲੋਕੀ ਪੰਜਾਬ ਦੇ ਨੇ, ਉਹਨਾਂ ਨੂੰ ਖੁਸ਼ਹਾਲ ਰੱਖਣਾ ਪੈਣਾ। ਖੁਸ਼ਹਾਲ ਕਿੱਦਾਂ ਰੱਖੋਗੇ? ਉਹਨਾਂ ਦੀ ਜਿਹੜੀਆਂ ਬੇਸਿਕ ਨੀਡਸ ਨੇ, ਆਪ ਉਹਨਾਂ ਦੀ ਬੋਲੀ ਤੇ ਧਿਆਨ ਰੱਖੋ, ਤਾਂ ਕਿ ਉਹਨਾਂ ਦੀ ਬੋਲੀ ਪੜ੍ਹਾਈ ਜਾਵੇ, ਸਕੂਲਾਂ ਦੇ ਵਿੱਚ ਕੰਟਰੋਲ ਨਾ ਕੀਤਾ ਜਾਵੇ। ਉਹਨਾਂ ਦੀ ਜਿਹੜੀ ਰੋਟੀ ਹੈ ਉਹਦੇ ਉੱਤੇ ਕੰਟਰੋਲ ਨਾ ਹੋਏ, ਪਾਣੀ ਤੇ ਕੰਟਰੋਲ ਨਾ ਹੋਏ, ਬਿਜਲੀ, these are basic rights of a human being। ਉਹਦੇ ਉੱਤੇ ਦੀ ਤੁਸੀਂ ਨੱਥ ਪਾ ਕੇ, ਇੱਕ ਬਲਦ ਦੇ ਨੱਥ ਪਾ ਕੇ ਤੁਸੀਂ ਬਿਠਾ ਦਿਓ, ਤੇ ਕਿੰਨਾ ਕੁ ਚਿਰ ਹੋਊਗਾ? ਅਕਸਰ ਤੇ ਉਹ ਬਲਦ ਪਾਗਲ ਹੋ ਜੂ, ਤੇ ਫਿਰ ਉਹਨੇ ਸਿੰਗੀ ਮਾਰਨੇ ਨੇ। that's exactly what is going on at this moment। ਕਿ ਸਾਰਿਆਂ ਮੈਂ ਜਸਵੀਰ ਸਾਹਿਬ ਕੋਲ ਵੀ ਪੁੱਛਣਾ। ਜਸਵੀਰ ਜੀ, ਤੁਸੀਂ ਜ਼ਰਾ ਦੱਸੋ ਕਿ ਇੱਕ ਤੇ ਪੰਜਾਬੀਅਤ ਦੀ ਅੱਗੇ ਗੱਲ ਹੋਈ, ਫਿਰ ਪੰਜਾਬ ਦੇ ਹੱਕ ਦੀ ਗੱਲ ਹੋਈ, ਠੀਕ ਹੈ ਨਾ ਜੀ? ਕੀ ਤੁਸੀਂ ਸਮਝਦੇ ਹੋ ਕਿ ਪੰਜਾਬ ਦਾ ਹੱਕ ਮਿਲੂਗਾ ਕਿ ਨਹੀਂ ਮਿਲੂਗਾ, ਔਰ ਕਿਆ ਮੋਦੀ ਗਵਰਨਮੈਂਟ ਜੇ ਹੁੰਦੇ ਹੋਇਆ ਇਹ ਕੰਮ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ? ਕਿਉਂਕਿ ਪ੍ਰੋਟੈਸਟ ਤੇ ਚੱਲਦੇ ਰਹਿਣਗੇ, ਪ੍ਰੋਟੈਸਟ ਤੇ ਹੁੰਦਾ ਰਹੇਗਾ, ਔਰ ਮੈਂ ਦੇਖ ਰਿਹਾ ਹਾਂ ਕਿ ਮੋਦੀ ਗਵਰਨਮੈਂਟ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ, ਹਾਲੇ ਤੱਕ ਤੇ ਕੋਈ ਨਜ਼ਰ ਨਹੀਂ ਆ ਰਿਹਾ। ਤੇ ਤੁਸੀਂ ਕੀ ਫੋਰਸੀ ਕਰ ਰਹੇ ਹੋ? ਆਖਰ ਦੇ ਚ ਜ਼ਰਾ ਦੱਸ ਦਿਓ ਕਿ ਤੁਸੀਂ ਕਿੰਨੇ ਕੋਈ ਆਪਟਿਮਿਸਟਿਕ ਹੋ ਪੂਰੀ ਸਿਚੁਏਸ਼ਨ ਤੋਂ। ਜ਼ਰਾ ਅਨਮਿਊਟ ਕਰਨਾ ਜੀ। ਹਾਂਜੀ, ਹੱਕ ਜਿਹੜਾ ਕੋਈ ਦਿੰਦਾ ਨਹੀਂ ਹੁੰਦਾ, ਹੱਕ ਤਾਂ ਲੈਣੇ ਪੈਂਦੇ ਆ। ਤੇ ਐਸੇ ਹੀ ਪੰਜਾਬ ਵਾਲੀ ਗੱਲ ਕੀਤੀ ਜੇ ਵੈਸੇ। ਤੇ ਹੱਕ ਲੈਣੇ ਪੈਂਦੇ ਆ। ਇਹ ਹੱਕ ਲੈਣ ਵਾਲਿਆਂ ਨੇ ਪਲਾਨ ਕਰਨਾ ਵੀ ਅਸੀਂ ਆਪਣਾ ਹੱਕ ਲੈਣਾ ਕਿੱਦਾਂ।
ਕਿਉਂਕਿ ਕਦੀ ਵੀ ਕੋਈ ਹੱਕ ਨਹੀਂ ਦਿੰਦਾ, ਤੁਹਾਨੂੰ ਤਾਂ ਜੀਣ ਦਾ ਹੱਕ ਨਹੀਂ ਦੇਗਾ। ਮੈਂ ਤੇ ਔਰਤ ਹੁੰਦਿਆਂ ਹੋਇਆਂ ਆਪਣੀਆਂ ਭੈਣਾਂ ਨੂੰ, ਆਪਣੀਆਂ ਬਜ਼ੁਰਗ ਮਾਵਾਂ ਨੂੰ ਇਹ ਕਹਿੰਦੀ, ਦੇਖੋ ਸਾਨੂੰ ਘਰਾਂ ਦੇ ਵਿੱਚ ਵੀ ਜਿਹੜਾ ਪਿਆਰ ਸਤਿਕਾਰ ਤਾਂ ਹੀ ਮਿਲਦਾ ਜੇ ਥੋੜੀ ਔਰਤ ਬਹਾਦਰ ਹੋਵੇ। ਤਾਂ ਜੇ ਉਹਨੂੰ ਸੂਝ ਹੋਵੇ ਕਿ ਮੇਰੇ ਨਾਲ ਕਿਸੇ ਨੇ ਗੱਲ ਕਿਸ ਤਰ੍ਹਾਂ ਕਰਨੀ ਹੈ, ਮੇਰੇ ਵੱਡਿਆਂ ਨਾਲ ਮੈਂ ਕਿਸ ਤਰ੍ਹਾਂ ਕਰਨੀ ਹੈ, ਮੇਰੇ ਬੱਚਿਆਂ ਨੇ ਮੈਨੂੰ ਕਿਹੜਾ ਰੁਤਬਾ ਦੇਣਾ, ਇਹ ਉਹਦੇ ਉੱਤੇ ਹੁੰਦਾ ਹੈ। ਜੇ ਉਹ ਸਿਆਣੀ ਹੈ, ਸਮਝਦਾਰ ਹੈ, ਥੋੜੀ ਉਹ ਬਹਾਦਰ ਹੈ, ਤੇ ਉਹ ਆਪਣਾ ਰੁਤਬਾ ਘਰ ਦੇ ਵਿੱਚ ਮਹਾਰਾਣੀ ਵਾਲਾ ਬਣਾ ਹੀ ਲੈਂਦੀ ਹੈ। ਮੇਰਾ ਮਤਲਬ ਕਿਸੇ ਨੈਗੇਟਿਵ ਥਾਟ ਤੋਂ ਨਹੀਂ ਹੈ, ਲੇਕਿਨ ਔਰਤ ਦੇ ਬਿਨਾਂ ਵੀ ਘਰ ਦਾ ਸ਼ਿੰਗਾਰ ਕੁਝ ਨਹੀਂ ਹੁੰਦਾ। ਜਿੰਨੀ ਦੇਰ ਉਹ ਮਜ਼ਬੂਤ ਨਾ ਹੋਏ, ਨਾ ਉਹਦੇ ਬੱਚੇ ਠੀਕ ਹੋਣਗੇ, ਨਾ ਉਹਦਾ ਹਸਬੈਂਡ ਖੁਸ਼ ਹੋਏਗਾ, ਨਾ ਉਹਦੇ ਪੇਰੈਂਟਸ ਜਿਹੜੇ ਇਨ-ਲॉज ਨੇ ਜਾਂ ਰਿਸ਼ਤੇਦਾਰੀਆਂ। ਸਾਡੇ ਗੁਰੂ ਸਾਹਿਬ ਵੀ ਸਾਨੂੰ ਇਹ ਸਿਖਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਈ ਇੱਕ ਸੁਚੱਜੀ ਸਿਆਣੀ ਜਿਹੜੀ ਹੈ ਘਰ ਦੀ ਔਰਤ ਜਿਹੜੀ ਹੈ, ਉਹ ਹੱਕ ਜਿਹੜੇ ਹੈ ਉਹ ਦੂਸਰਿਆਂ ਨੂੰ ਸਮਝਾਉਂਦੀ ਹੈ ਵੀ ਕਿਵੇਂ ਤੁਸੀਂ ਦਾਇਰੇ ਵਿੱਚ ਰਹਿਣਾ ਹੈ, ਤੇ ਤੁਹਾਡੇ ਹੱਕ ਕੀ ਨੇ, ਮੇਰੇ ਹੱਕ ਕੀ ਨੇ। ਏਦਾਂ ਹੀ ਹੁਣ ਪੰਜਾਬ ਨੂੰ ਆਪਣਾ ਹੱਕ ਆਪ ਹੀ ਲੈਣਾ ਪਏਗਾ। ਸਾਡੇ ਹੱਕ ਤਾਂ ਕਦੀ ਕਿਸੇ ਨੇ ਦਿੱਤੇ ਹੀ ਨਹੀਂ ਹੈ। ਜਦੋਂ ਦੀ ਸਾਡੀ ਹੋਂਦ, ਜਦੋਂ ਦਾ ਪੰਜਾਬ ਹੋਂਦ ਵਿੱਚ ਆਇਆ, ਸਭ ਤੋਂ ਸੋਹਣਾ ਰਾਜ ਇਹਦਾ ਖਾਲਸਾ ਰਾਜ ਸੀਗਾ, ਜਦੋਂ ਸਰਦਾਰ ਰਣਜੀਤ ਸਿੰਘ ਨੇ ਕੀਤਾ ਹੈਗਾ 40-50 ਸਾਲ ਰਾਜ। ਤੇ ਸਾਰੇ ਮੁਸਲਮਾਨ, ਸਾਰੇ ਅੰਗਰੇਜ਼, ਸਾਰੇ ਗੋਰੇ, ਸਾਰੇ ਹਿੰਦੂ, ਸਾਰੇ ਸਿੱਖ, ਸਾਰੇ ਖੁਸ਼ ਸੀਗੇ। ਕਿਸੇ ਦਾ ਹੱਕ ਨਹੀਂ ਖੋਇਆ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ। ਤੁਸੀਂ ਬੇਸ਼ੱਕ ਇਤਿਹਾਸ ਖੋਲ ਕੇ ਵੇਖ ਲਓ। ਪਰ ਉਸ ਤੋਂ ਬਾਅਦ ਜਦੋਂ ਦਾ ਜਿਹੜਾ ਪੰਜਾਬ ਗੁਲਾਮ ਹੋਇਆ, ਪੰਜਾਬ ਦੇ ਉੱਤੇ ਤਸ਼ੱਦਦ ਕਦੀ ਵੀ ਨਹੀਂ ਹਟਿਆ, ਬੇਸ਼ੱਕ ਉਹ ਉਧਰ ਹੋਏ ਜਾਂ ਇੱਧਰ ਹੋਏ। ਠੀਕ ਹੈ, ਹੁਣੇ ਜ਼ਮੀਨਾਂ ਦੀ ਗੱਲ ਕਰ ਰਹੇ ਸੀ, ਮੈਂ ਕਿਹਾ ਸਾਡੇ ਤਾਂ ਜਿਹੜੇ ਸਰਦਾਰ ਸੀ, ਇਹ ਇਹਨਾਂ ਲਾਲਿਆਂ ਨੇ ਸੀਲਿੰਗ ਹੀ ਕਿਉਂ ਲਾਈ ਹੈ? ਸੀਲਿੰਗ ਜ਼ਮੀਨ ਦੀ ਇਸ ਲਈ ਲਾਈ ਕਿ ਇੱਕ ਸਿਆਰੇ ਬਣਾਣੇ ਹੈ। ਇਹ ਸਾਰੇ 2-2 4-4 ਕਿੱਲੇ ਵਾਲੇ ਹੋ ਜਾਣਗੇ ਤੇ ਚਲੋ ਭਈ ਆਪੇ ਰੁਲ ਜਾਣਗੇ। ਹੁਣ ਉਹ 2-2 4 ਕਿੱਲੇ ਵੀ ਖੋਣ ਲੱਗ ਜਾਣਗੇ। ਸੋ ਕਹਿਣ ਦਾ ਮਤਲਬ ਹੈ, ਪੰਜਾਬੀ ਸਾਡੀ ਉਹ ਖੋਲੀ ਭਾਸ਼ਾ ਜਿਹੜੀ ਅੱਜ ਤੱਕ ਉਹਨਾਂ ਨੇ ਲਾਗੂ ਨਹੀਂ ਕੀਤੀ। ਬਣਾਏ, ਪਹਿਲਾਂ ਸੂਬਾ ਨਹੀਂ ਬਣਾਇਆ। ਦੇਖੋ ਜਦੋਂ ਸੂਬਾ ਬਣਾਉਣਾ ਸੀ, ਉਹਦੇ ਟੁਕੜੇ ਹੋਰ ਕਰ ਦਿੱਤੇ, ਪਹਿਲਾਂ 2 ਟੁਕੜੇ ਕੀਤੇ, ਫਿਰ 3 ਟੁਕੜੇ। ਕਹਿਣ ਦਾ ਮਤਲਬ ਹੈ ਕਿ ਹੱਕ ਨਹੀਂ ਕਿਸੇ ਨੇ ਵੀ ਦੇਣੇ, ਹੱਕ ਦੀ ਸਾਨੂੰ ਪਛਾਣ ਹੋਣੀ ਚਾਹੀਦੀ। ਜਿਵੇਂ ਸਾਡੇ ਕਿਸੇ ਮੁਸਲਿਮ ਅਦੀਬ ਨੇ ਲਿਖਿਆ ਹੈ ਨਾ, ਜੋ ਨਾ ਜਾਣੇ ਹੱਕ ਕੀ ਤਾਕਤ, ਰੱਬ ਨਾ ਦੇਵੇ ਉਸਕੋ ਹਿੰਮਤ। ਤੇ ਰੱਬ ਵੀ ਤੁਹਾਡੇ ਵਾਲੀ ਕਦੀ ਵੀ ਨਹੀਂ ਬਣਦਾ। ਜਿੰਨੇ ਮਰਜ਼ੀ ਤੁਸੀਂ ਪਾਠ ਕਰੋ, ਜਿੰਨੀ ਮਰਜ਼ੀ ਇਬਾਦਤ ਕਰੀ ਜਾਓ, ਰੱਬ ਵੀ ਉਸੇ ਦੀ ਮਦਦ ਕਰਦਾ ਹੈ ਜਿਹੜਾ ਆਪਣੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ। ਜਿੱਦਾਂ ਸਾਡੇ ਵੀਰਾਂ ਨੇ, ਭੈਣਾਂ ਨੇ, ਬਜ਼ੁਰਗ ਮਾਈਆਂ ਕਰ ਰਹੀਆਂ ਨੇ, ਉਹਨਾਂ ਨੂੰ ਹੁਣ ਸਮਝਦਾਰੀ ਨਾਲ ਹਮੇਸ਼ਾ ਚੱਲਣਾ ਪਏਗਾ। ਇਸ ਜੰਗ ਨੂੰ ਖਤਮ ਨਹੀਂ ਕਰਨਾ ਪੈਣਾ, ਕਿਉਂਕਿ ਇਹ ਜੰਗ ਹਿੰਦ ਪੰਜਾਬ ਦਾ ਹੈਗਾ। ਇਹ ਲਿਖਿਆ ਹੋਇਆ ਹੈ ਸ਼ਾਹ ਮੁਹੰਮਦ ਨੇ ਸ਼ੁਰੂ ਤੋਂ, ਜੰਗ ਹਿੰਦ ਪੰਜਾਬ ਦਾ ਮੁੜ ਹੋਸੀ। ਤੇ ਇਹ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ? ਇਹਦੇ ਵਿੱਚ ਸਿਰਫ ਤੇ ਸਿਰਫ ਹੱਕਾਂ ਦੀ ਗੱਲ ਹੈ, ਜ਼ਿੰਦਗੀ ਜਿਉਣ ਦੀ ਗੱਲ ਹੈ, ਮੜਕ ਨਾਲ ਜਿਉਣ ਦੀ ਗੱਲ ਹੈ। ਔਰ ਹਰ ਇੱਕ ਨੂੰ ਜੀਣ ਦਾ, ਕਮਾਉਣ ਦਾ, ਖਾਣ ਦਾ, ਆਪਣੇ ਅਕੀਦੇ ਮੁਤਾਬਕ ਆਪਣੇ ਧਰਮ ਦੇ ਵਿੱਚ ਰਹਿਣ ਦਾ ਹਰ ਇੱਕ ਨੂੰ ਹੱਕ ਹੋਣਾ ਚਾਹੀਦਾ ਔਰ ਹੈ। ਸੋ ਉਹ ਜੇ ਸਿਆਣੇ ਰਹਿਣਗੇ, ਉਹ ਆਪਣੇ ਹੱਕਾਂ ਨੂੰ ਪਛਾਣ ਕੇ ਤੁਰਨਗੇ। ਇਹਨਾਂ ਦੀਆਂ ਗਿੱਦੜ ਧਮਕੀਆਂ ਦੇ ਵਿੱਚ, ਇਹਨਾਂ ਦੀਆਂ ਚਾਤਰੀਆਂ ਚਲਾਕੀਆਂ ਦੇ ਵਿੱਚ, ਪੋਲੀਟੀਸ਼ੀਅਨ ਤੇ ਹੁੰਦਾ ਹੀ ਗੰਦਾ, ਤੁਹਾਨੂੰ ਪਤਾ ਹੈ, ਭਾਵੇਂ ਉਹ ਕਿਸੇ ਪਾਸੇ ਦਾ ਵੀ ਹੋਵੇ, ਉਹਨਾਂ ਨੇ ਤੁਹਾਨੂੰ ਬਰਬਾਦ ਹੀ ਕਰਨਾ ਹੁੰਦਾ। ਜੇ ਉਹਨਾਂ ਦੀ ਗੱਲਾਂ 'ਚ ਨਹੀਂ ਆਣਗੇ ਤਾਂ ਆਪਣੇ ਹੱਕਾਂ ਨੂੰ ਲੈ ਕੇ ਹੀ ਮੁੜਨਗੇ, ਤੇ ਜੇ ਉਹ ਆ ਗਏ ਉਹਨਾਂ ਦੀਆਂ ਗੱਲਾਂ 'ਚ, ਫਿਰ ਤਾਂ ਬਸ ਖਤਮ ਹੈ। ਲੇਕਿਨ ਮੈਨੂੰ ਉਮੀਦ ਹੈ ਕਿ ਉਹ ਨਹੀਂ ਆਣਗੇ। ਉਹਨਾਂ ਨੇ ਸਾਰੇ ਫੈਸਲੇ ਅੱਜ ਤੱਕ ਬੜੇ ਚੰਗੇ ਕੀਤੇ ਨੇ। ਹੁਣ ਉਹਨਾਂ ਨੇ ਦਿੱਲੀ ਦੀ ਧੌਣ ਤੇ ਗੋਡਾ ਵੀ ਉਹ ਰੱਖਿਆ ਹੋਇਆ ਹੈ, ਤੇ ਬਾਕੀ ਆਪਣੇ ਹਰ ਇੱਕ ਹੱਕ ਲੈ ਕੇ ਮੁੜਨ। ਕੱਲਾ ਇਹ ਖੇਤਾਂ ਫਸਲਾਂ ਦਾ ਨਹੀਂ ਵੀ 3 ਕਾਨੂੰਨ ਵਾਪਸ ਲੈ ਲੇ, ਬਾਕੀ ਦਾ ਮਸਲਾ ਉੱਥੇ ਨਹੀਂ। ਪਾਣੀ ਦਾ ਮਸਲਾ ਹੱਲ ਕਰਾਉਣ, ਲੈਂਗੁਏਜ ਦਾ ਮਸਲਾ ਹੱਲ ਕਰਾਉਣ, ਤੇ ਜਿਹੜੀ ਹੈਗੀ ਹੈ ਸਿੱਖਿਆ ਪ੍ਰਣਾਲੀ, ਤੇ ਸਾਡੀਆਂ ਯੂਨੀਵਰਸਿਟੀਆਂ ਤੇ ਕਬਜ਼ੇ ਕਰ ਰਹੇ ਨੇ ਹੁਣ ਇਹ ਜਿਹੜੇ ਬੀਜੇਪੀ ਵਾਲੇ ਹੈਗੇ, ਲਿਆ ਕੇ ਪਤਾ ਨਹੀਂ ਕਲਕੱਤੇ ਤੋਂ, ਦਿੱਲੀ ਤੋਂ ਲਿਆ ਕੇ ਪੰਜਾਬ ਯੂਨੀਵਰਸਿਟੀ 'ਚ ਬਿਠਾਤਾ। ਸੋ ਦੇयर ਆਰ ਸੋ ਮੈਨੀ ਇਸ਼ੂਜ਼। ਤੇ ਦੂਜਾ ਤੁਹਾਨੂੰ ਪਤਾ ਹੀ ਹੈ, ਭਾਰਤ ਹੁਣ ਰੇਪ ਕੈਪੀਟਲ ਹੈਗਾ। ਸੌਰੀ ਟੂ ਸੇ, ਉਹ ਦੱਸਣਾ ਹੀ ਪਏਗਾ, ਕਿਉਂਕਿ ਉਹਨਾਂ ਦਾ ਕਿਰਦਾਰ ਹੀ ਇੰਨਾ ਗੰਦਾ ਹੈਗਾ ਕਿ ਉਹ ਕਿਸੇ ਦੀ ਵੀ ਧੀ ਭੈਣ ਨੂੰ ਜਿਹੜਾ ਹੈਗਾ ਉਸ ਆਦਰ ਦੀ, ਸਨਮਾਨ ਦੀ ਅੱਖ ਦੇ ਨਾਲ ਨਹੀਂ ਦੇਖਦੇ। ਤੇ ਜਿਹੜਾ ਦੇਖਣਾ ਚਾਹੀਦਾ ਫਿਰ ਖਾਲਸੇ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ ਇਸ ਆਪਣੀ ਅਣਖ ਦੇ ਉੱਤੇ ਪਹਿਰਾ ਦੇਣਾ ਹੀ ਪਏਗਾ ਜੀ, ਦੇਣਾ ਪਏਗਾ ਜੀ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਹਾਡਾ ਖਾਸ ਭੈਣ ਜੀ ਤੁਹਾਡਾ ਖਾਸ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਸਰ ਜੀ, ਮੈਂ ਛੋਟੀ ਜਿਹੀ ਗੱਲ ਕਰ ਲਓ ਜੀ, ਗੱਲ ਕਰ ਲਓ। ਹਾਂਜੀ, ਤੁਸੀਂ ਸੋਲੂਸ਼ਨਸ ਦੀ ਗੱਲ ਕੀਤੀ ਸੀਗੀ। ਇੱਕ ਜਿਹੜਾ ਬੜਾ ਵੱਡਾ ਪੁਆਇੰਟ ਹੈਗਾ ਜੀ ਸੋਲੂਸ਼ਨ ਦਾ, ਜਿਹੜਾ ਇਸ ਵੇਲੇ ਇੰਡੀਆ ਅਡਾਪਟ ਵੀ ਕਰ ਸਕਦਾ ਵਿਦਆਊਟ ਮਚ ਪ੍ਰੋਬਲਮ, ਉਹ ਹੈਗਾ ਜੀ ਕਿ ਉਹਨਾਂ ਨੇ ਜਦੋਂ ਵੀ ਆਪਣੇ ਪਾਰਟੀਸ਼ਨ ਵਗੈਰਾ ਹੋਈ ਆ, ਉਸ ਵੇਲੇ ਜਿਹੜੀ ਕਨਸਟੀਟਿਊਸ਼ਨ ਬਣੀ ਸੀ ਉਹ ਫੈਡਰਲ ਸਟਰਕਚਰ ਸੀਗੀ। ਫੈਡਰਲ ਸਟਰਕਚਰ ਦਾ ਮਤਲਬ ਇਹ ਹੈਗਾ ਕਿ ਹਰ ਇੱਕ ਸਟੇਟ ਆਪਣੇ ਵਿੱਚ ਇੰਡੀਪੈਂਡੈਂਟ ਹੈ ਤੇ ਗਾਹਾਂ ਇਹ ਯੂਨੀਅਨ ਆਫ ਸਟੇਟਸ ਹੈ। ਅੱਛਾ, ਤੇ ਇਹਨਾਂ ਨੇ ਕੀ ਕਰ ਦਿੱਤਾ ਹੈ ਕਿ ਉਹਨੂੰ ਹੁਣ ਰਿਵਰਸ ਕਰ ਦਿੱਤਾ ਹੈ। ਸੋ
ਉਹਦੇ ਨਾਲ ਕੀ ਹੈਗਾ ਕਿ ਹੁਣ ਜਿੱਦਾਂ ਆਹ ਹੀ ਮਸਲਾ ਆਇਆ ਕਿ ਜੋ ਅੱਜ ਇਹਨਾਂ ਬਿੱਲਾਂ ਦੇ ਉੱਤੇ ਰੌਲਾ ਪਿਆ, ਅਗਰ ਇਹ ਸਟੇਟ ਰਾਈਟਸ ਦੇ ਵਿੱਚ ਆਵੇ ਤੇ ਹੋ ਸਕਦਾ ਪੰਜਾਬ ਸਟੇਟ ਕਹਿੰਦੀ ਜੀ ਵੀ ਇਹ ਜਿਹੜੇ ਤੁਸੀਂ ਗਲਤ ਕਾਨੂੰਨ ਬਣਾਇਆ ਇਹ ਪੰਜਾਬ ਦੇ ਉੱਤੇ ਐਪਲੀਕੇਬਲ ਨੇ, ਜੇ ਮਤਲਬ ਬਿਹਾਰ ਕਾ ਹੈ ਸਾਡੇ ਤੇ ਐਪਲੀਕੇਬਲ ਨਹੀਂ, ਉਹ ਕਹਿ ਦੇਣ ਸਾਡੇ ਕੋਲ ਐਪਲੀਕੇਬਲ ਨਹੀਂ। ਉਹਦੇ ਨਾਲ ਕੀ ਹੁੰਦਾ ਹੈ ਕਿ ਇਹ ਜਿਹੜੀਆਂ ਡਿਸਸੈਟਿਸਫੈਕਸ਼ਨਸ ਹੈਗੀਆਂ ਡਿਫਰੈਂਟ ਪਾਰਟਸ ਆਫ ਦੀ ਕੰਟਰੀ, ਉਹ ਸਾਰੀਆਂ ਖਤਮ ਹੋ ਜਾਣੀਆਂ। ਲੇਕਿਨ ਉਹ ਜਿਹੜੀ ਆ ਉਹਨੂੰ ਗਊਗਾ ਦਾ ਇੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਇਹਦੇ ਨਾਲ ਡਿਜ਼ਾਸਟਰ ਹੀ ਹੈਗਾ ਇਨ ਦਾ ਫਿਊਚਰ। ਤੁਸੀਂ ਸੋਲੂਸ਼ਨ ਪੁੱਛਿਆ ਸੀ, ਵਨ ਆਫ ਦਾ ਬਿਗੇਸਟ ਸੋਲੂਸ਼ਨ ਇਜ਼ ਟੂ ਗੋ ਬੈਕ ਟੂ ਦੀ ਫੈਡਰਲ ਸਟਰਕਚਰ ਜਿਹਦੇ ਉੱਤੇ ਇੰਡੀਆ ਬਿਲਟ ਅਪ ਹੋਇਆ ਸੀ, ਤੇ ਉਹਦੇ ਨਾਲ ਹੀ ਇਹ ਜਿਹੜੀ ਸ਼ਾਂਤੀ ਆ ਡਿਫਰੈਂਟ ਏਰੀਆ ਦੇ ਵਿੱਚ ਆ ਸਕਦੀ ਆ, ਤਾਂ ਕਿ ਉਹ ਕਿਸੇ ਵੀ ਏਰੀਆ ਦੇ ਬੰਦੇ ਅਗਰ ਕਿਸੇ ਚੀਜ਼ ਨੂੰ ਨਹੀਂ ਲਾਈਕ ਕਰਦੇ ਕੰਟਰੀ ਦੀ ਨੂੰ, ਤੇ ਉਹ ਘੱਟੋ ਘੱਟ ਆਪਣੀ ਵਿਦ ਇਨ ਦੈਟ ਸਟੇਟ ਉਹਨੂੰ ਮੋਡੀਫਾਈ ਕਰ Very ਸਕਣ। good. ਸੋ ਇਹ ਆ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਮਿਊਟ ਕਰ ਤੇ ਮੈਂ ਆਪਣੇ ਸਾਰੇ ਪੈਨਲ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵਾਂ। ਕਿਰਪਾਲ ਜੀ ਤੁਹਾਡਾ ਸ਼ੁਕਰੀਆ ਜੀ, ਕਵਨੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਜਸਬੀਰ ਭੈਣ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ। ਮੈਨੂੰ ਬਹੁਤ ਹੀ ਪਰਸਨਲੀ ਤੁਹਾਨੂੰ ਮੈਂ ਦੱਸਾਂ ਕਿ ਮੈਨੂੰ ਬੜਾ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ ਔਰ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਇਹ ਤੁਹਾਡਾ ਸਿਰਫ ਕੱਲਿਆਂ ਦਾ ਇਸ਼ੂ ਨਹੀਂ ਹੈ, ਸਾਰਿਆਂ ਦਾ ਇਸ਼ੂ ਹੈ। ਔਰ ਜਿਸ ਤਰ੍ਹਾਂ ਭੈਣ ਸਾਡੀ ਨੇ ਕਿਹਾ ਨਾ ਕਿ ਮਰਦ ਨਾਲ ਜ਼ਿੰਦਗੀ ਗੁਜ਼ਾਰਨੀ ਹੈ, ਜੀਣਾ ਹੈ, ਤੇ ਅਗਰ ਮਰਦ ਦੇ ਨਾਲ ਜੀਣਾ ਹੈ ਵੈਸੇ ਜੀਣ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ। ਔਰ ਪੰਜਾਬ ਜਿਹੜਾ ਬੰਦਾ ਹੈ ਉਹ ਬਗੈਰ ਮਰਦ ਤੋਂ ਰਹਿ ਸਕਦਾ ਹੀ ਨਹੀਂ। ਜਿਸ ਤਰ੍ਹਾਂ ਭੈਣ ਨੇ ਸਾਡੀ ਨੇ ਕਿਹਾ ਨਾ ਕਿ ਸੋਹਣੇ ਬੰਦਿਆਂ ਦਾ ਸੋਹਣਾ ਦੇਸ਼ ਹੈ, ਇਨਸ਼ਾਅੱਲਾ ਕੁਝ ਨਾ ਕੁਝ ਲੈ ਕੇ ਆਉਣਗੇ ਉੱਥੋਂ। ਤੇ ਬਹੁਤ ਬਹੁਤ ਸ਼ੁਕਰੀਆ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਟਾਈਮ ਕੱਢਦੇ ਰਹੋਗੇ। ਅਸੀਂ ਇਹਨਾਂ ਦੇ ਜਿਹੜੇ ਮੁੱਦੇ ਨੇ ਬਾਕੀ ਵੀ ਉਹ ਅਸੀਂ ਇਕੱਠੇ ਬਹਿ ਕੇ ਡਿਸਕਸ ਕਰਦੇ ਰਹਾਂਗੇ ਔਰ ਲੋਕਾਂ ਤੱਕ ਪਹੁੰਚਾਦੇ ਰਹਾਂਗੇ। ਔਰ ਮੈਂ ਪਾਕਿਸਤਾਨ ਗਵਰਨਮੈਂਟ ਨੂੰ ਵੀ ਕਹਾਂਗਾ ਕਿ ਪਾਕਿਸਤਾਨ ਗਵਰਨਮੈਂਟ ਵੀ ਜਿਹੜੀ ਇਸ ਮਾਮਲੇ 'ਚ ਆਪਣਾ ਕੋਆਪਰੇਟ ਕਰੇ, ਔਰ ਪਾਕਿਸਤਾਨ ਆਪਣਾ ਬਾਰਡਰ ਖੋਲਣ ਦੇ ਬਾਰੇ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਖੋਲਣਾ ਚਾਹੀਦਾ ਹੈ। ਰਿਲੀਜੀਅਸ ਟੂਰਿਜ਼ਮ ਹੋਣਾ ਚਾਹੀਦਾ ਹੈ, ਆਪਸ ਵਿੱਚ ਆਉਣਾ ਜਾਣਾ ਚਾਹੀਦਾ ਹੈ, ਮਿਲਣਾ ਚਾਹੀਦਾ ਹੈ, ਤਾਂ ਕਿ ਮੁਹੱਬਤ ਵਧੇ, ਪਿਆਰ ਵਧੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਨਾਲ ਰਾਬਤਾ ਰਹੇਗਾ ਇਨਸ਼ਾਅੱਲਾ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਥੈਂਕ ਯੂ ਜੀ। ਥੈਂਕ ਯੂ।